पहला पंजाब ਨੂੰ ਦਹਿਲਾਣ ਦੀ ਵੱਡੀ ਸਾਜ਼ਿਸ਼। ਸੂਤਰਾਂ ਦੇ ਮੁਤਾਬਿਕ ਅੰਮ੍ਰਿਤਸਰ ਤੋਂ ਫੜੇ ਅਤਵਾਦੀਆਂ ਦੇ ਕਈ ਸਾਥੀ ਤਰਨਤਾਰਨ ਦੇ ਵਿੱਚ ਲੁਕੇ ਹੋਏ, ਕਈਆਂ ਕੋਲ ਨੇ ਖਤਰਨਾਕ ਹਥਿਆਰ। ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਨੇ ਦਹਿਸ਼ਤਗਰਦ। ਹੁਣ ਗਵਰਨਰ ਨੂੰ ਸੀਐਮ ਦੀ ਚਿੱਠੀ ਨੂੰ ਲੈ ਕੇ ਵਿਵਾਦ। ਗਵਰਨਰ ਨੂੰ ਮਿਲੀ ਨਰਮ ਅੰਦਾਜ਼ ਵਾਲਾ ਅੰਗਰੇਜ਼ੀ ਦੀ ਚਿੱਠੀ, ਸੀਐਮ ਦੇ ਸੋਸ਼ਲ ਮੀਡੀਆ ਤੇ ਪੰਜਾਬੀ ਵਾਲੀ ਤਲਖ ਚਿੱਠੀ। ਗਵਰਨਰ ਨੇ ਪੁੱਛਿਆ, ਸਹੀ ਚਿੱਠੀ ਕਿਹੜੀ? सीएम मान की चिट्ठी ਨੂੰ ਲੈ ਕੇ ਛਿੜਿਆ सियासी घमसान। अकाली दल ने एफआईआर दर्ज कर जांच की ਕੀਤੀ ਮੰਗ। ਕਿਹਾ ਗਵਰਨਰ ਨੂੰ ਭੇਜੀ चिट्ठी ਨੂੰ ਪੰਜਾਬੀ ਵਿੱਚ ਗਲਤ ਢੰਗ ਦੇ ਨਾਲ ਜਾਰੀ ਕਰਨਾ ਵੱਡਾ ਧੋਖਾ। सीएलयू केस ਦੇ ਵਿੱਚ ਬਤੌਰ ਗਵਾਹ ਅੱਜ ਲੁਧਿਆਣਾ ਦੀ ਅਦਾਲਤ ਦੇ ਵਿੱਚ ਪੇਸ਼ ਹੋਣਗੇ ਨਵਜੋਤ ਸਿੰਘ ਸਿੱਧੂ। ਸਖਤ ਸੁਰੱਖਿਆ ਦੇ ਹੇਠ ਹੋਵੇਗੀ ਪੇਸ਼ੀ। ਹਮਲੇ ਦੇ ਖਦਸ਼ੇ ਤੋਂ ਬਾਅਦ ਸੀਐਮ ਨੇ ਸਿਕਿਉਰਿਟੀ ਪੁਖਤਾ ਕਰਨ ਦੇ ਦਿੱਤੇ ਸੀ ਨਿਰਦੇਸ਼। कैबिनेट मंत्री फौजा सिंह सरारी की बर्खास्तगी की मंग ਨੂੰ ਲੈ ਕੇ ਅੱਜ ਮੁੜ ਕਾਂਗਰਸ ਦਾ ਹੱਲਾ ਬੋਲ। ਖਟਕੜ ਕਲਾਂ ਦੇ ਵਿੱਚ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਅਗਵਾਈ ਹੇਠ ਹੋਵੇਗਾ ਵੱਡਾ ਪ੍ਰਦਰਸ਼ਨ। ਦੀਵਾਲੀ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ। ਚੰਡੀਗੜ੍ਹ ਦੇ ਵਿੱਚ ਦੁਪਹਿਰੇ 12 ਵਜੇ ਹੋਵੇਗੀ ਬੈਠਕ। ਲੋਕਾਂ ਨੂੰ ਮਿਲ ਸਕਦਾ ਹੈ ਦੀਵਾਲੀ ਦਾ ਤੋਹਫਾ। ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਸਨਸਨੀਖੇਜ਼ ਖੁਲਾਸਾ। पंजाब ਦੀਆਂ ਜੇਲ੍ਹਾਂ ਵਿੱਚ ਬੰਦ ਤਕਰੀਬਨ 40% ਕੈਦੀ ਨੇ ਨਸ਼ੇ ਦੇ ਆਦੀ। ਬੋਲੇ ਜੇਲ੍ਹ ਦੇ ਅੰਦਰ ਨਸ਼ਾ ਪਹੁੰਚਾਉਣ ਦੇ ਵਿੱਚ ਜਿਨ੍ਹਾਂ ਮੁਲਾਜ਼ਮਾਂ ਦਾ ਹੱਥ, ਉਹਨਾਂ ਤੇ ਲੈ ਰਹੇ ਹਾਂ ਸਖਤ ਐਕਸ਼ਨ। ਬਟਾਲਾ ਦੇ ਵਿੱਚ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਮਾਹੌਲ ਤਣਾਅਪੂਰਨ। ਇੱਕ ਦੁਕਾਨਦਾਰ ਦੇ ਹੱਕ ਦੇ ਵਿੱਚ ਨਿਹੰਗਾਂ ਨੇ ਰਾਹ ਕੀਤਾ ਬੰਦ। ਪੁਲਿਸ ਮਾਹੌਲ ਸ਼ਾਂਤ ਕਰਾਉਣ ਦੀ ਕਰ ਰਹੀ ਕੋਸ਼ਿਸ਼। ਲੁਧਿਆਣਾ ਦੇ ਵਿੱਚ ਦੁਕਾਨ ਤੇ ਹੋਇਆ ਭਾਰੀ ਬਵਾਲ। ਖਾਣੇ ਦੀ ਡਿਲੀਵਰੀ ਲੇਟ ਹੋਣ ਨੂੰ ਲੈ ਕੇ ਦੁਕਾਨਦਾਰ ਦੇ ਨਾਲ ਕੁੱਟਮਾਰ। ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਲੁਧਿਆਣਾ ਦੇ ਸਕੂਲ ਦੇ ਵਿੱਚ ਸਹਿਪਾਠੀ ਨੇ ਅੱਖ ਵਿੱਚ ਮਾਰੀ ਪੈਨਸਲ। ਪਹਿਲੀ ਕਲਾਸ ਦੀ ਬੱਚੀ ਦੀ ਅੱਖ ਦੀ ਗਈ ਰੋਸ਼ਨੀ। ਆਪਰੇਸ਼ਨ ਤੋਂ ਬਾਅਦ ਵੀ ਨਹੀਂ ਹੋਈ ਠੀਕ। ਮਾਪਿਆਂ ਨੇ ਸਕੂਲ ਪ੍ਰਸ਼ਾਸਨ ਤੇ ਚੁੱਕੇ ਸਵਾਲ। ਸੰਗਰੂਰ ਦੇ ਵਿੱਚ ਸੜਕ ਦੇ ਵਿਚਾਲੇ ਬੇਕਾਬੂ ਹੋ ਕੇ ਪਲਟੀ ਪੀਆਰਟੀਸੀ ਦੀ ਬੱਸ। ਬ੍ਰੇਕ ਫੇਲ ਹੋਣ ਕਰਕੇ ਵਾਪਰਿਆ ਹਾਦਸਾ। 8 ਲੋਕ ਜ਼ਖਮੀ। ਸੰਗਰੂਰ ਵਿੱਚ ਟਸ ਤੋਂ ਮਸ ਨਹੀਂ ਹੋ ਰਹੇ ਕਿਸਾਨ। ਸੀਐਮ ਰਿਹਾਇਸ਼ ਦੇ ਨੇੜੇ ਧਰਨਾ 13ਵੇਂ ਦਿਨ ਵੀ ਲਗਾਤਾਰ ਜਾਰੀ। ਕੱਲ ਸੀਐਮ ਹਾਊਸ ਦਾ ਕੀਤਾ ਸੀ ਮੁਕੰਮਲ ਘਿਰਾਓ। ਬਾਬਾ ਕੇਦਾਰ ਦੇ ਦਰ ਤੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਕੇਦਾਰਨਾਥ ਧਾਮ ਦੇ ਵਿੱਚ ਕੀਤੀ ਪੂਜਾ ਅਰਚਨਾ। ਉੱਤਰਾਖੰਡ ਨੂੰ ਕਈ ਪ੍ਰੋਜੈਕਟਾਂ ਦੀ ਸੌਗਾਤ ਵੀ ਦੇਣਗੇ ਪੀਐਮ। न्यूज़ 18 पंजाब हरियाणा हिमाचल ਵੇਖਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ। ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ। ਤੁਸੀਂ ਆਪਣੇ ਬੱਚਿਆਂ ਦੇ ਲਈ ਬੰਬ, ਪਟਾਕੇ, ਫੁੱਲਝੜੀਆਂ ਇਸ ਵੇਲੇ ਖਰੀਦ ਰਹੇ ਹੋਗੇ। ਪਰ ਇਸ ਸਭ ਦੇ ਵਿਚਾਲੇ ਕੋਈ ਹੋਰ ਵੀ ਹੈ ਜੋ ਹਥਿਆਰ ਇਕੱਠੇ ਕਰ ਰਿਹਾ ਹੈ। ਜੀ ਹਾਂ, ਦੀਵਾਲੀ ਦੇ ਪੰਜਾਬ ਨੂੰ ਦਹਿਲਾਣ ਦੀ ਸਾਜ਼ਿਸ਼ ਹੋ ਰਹੀ ਹੈ। ਅੰਮ੍ਰਿਤਸਰ ਤੋਂ ਫੜੇ ਗਏ ਅਤਵਾਦੀਆਂ ਤੋਂ ਵੱਡਾ ਖੁਲਾਸਾ ਹੋਇਆ ਹੈ। ਅਤਵਾਦੀਆਂ ਦੇ ਕਈ ਸਾਥੀ ਤਰਨਤਾਰਨ ਦੇ ਵਿੱਚ ਲੁਕੇ ਹੋਏ ਨੇ ਔਰ ਇਹਨਾਂ ਦੇ ਕੋਲ ਕਈ ਖਤਰਨਾਕ ਹਥਿਆਰ ਨੇ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ। ਦੀਵਾਲੀ ਦੇ ਮੌਕੇ ਪੰਜਾਬ ਨੂੰ ਦਹਿਲਾਣ ਦੀ ਸਾਜ਼ਿਸ਼ ਕਰੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਫੜੇ ਗਏ ਅਤਵਾਦੀਆਂ ਤੋਂ ਵੱਡਾ ਖੁਲਾਸਾ ਹੋਇਆ ਹੈ। ਅਤਵਾਦੀਆਂ ਦੇ ਕਈ ਸਾਥੀ ਤਰਨਤਾਰਨ ਦੇ ਵਿੱਚ ਲੁਕੇ ਹੋਏ ਨੇ। ਇਹਨਾਂ ਕੋਲ ਕਈ ਖਤਰਨਾਕ ਹਥਿਆਰ ਨੇ। ਬੀਤੀ ਰਾਤ ਤਰਨਤਾਰਨ ਦੇ ਵਿੱਚ ਪੁਲਿਸ ਨੇ ਕਈ ਥਾਵਾਂ ਤੇ ਰੇਡ ਕੀਤੀ। ਏਜੀਟੀਐਫ ਕਈ ਹੋਟਲਾਂ ਦੇ ਵਿੱਚ ਚੈਕਿੰਗ ਕੀਤੀ ਹੈ। ਕੱਲ ਅੰਮ੍ਰਿਤਸਰ ਤੋਂ 3 ਅਤਵਾਦੀਆਂ ਦੀ ਗ੍ਰਿਫਤਾਰੀ ਹੋਈ ਸੀ। ਦਰਬਾਰ ਸਾਹਿਬ ਦੇ ਕੋਲ ਜਲੇਬੀ ਵਾਲੇ ਚੌਕ ਦੇ ਨੇੜੇ ਇੱਕ ਹੋਟਲ ਤੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ। ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ, ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਦੱਸ ਰਹੇ ਹਾਂ ਕਿ ਤਿੰਨੇ ਦਹਿਸ਼ਤਗਰਦ ਰਿੰਦਾ, ਲੰਡਾ ਤੇ ਸਤਨਾਮ ਸੱਤਾ ਦੇ ਸਾਥੀ ਨੇ। ਜੀ ਹਾਂ, ਅਤਵਾਦੀਆਂ ਤੋਂ AK-47 ਤੇ 3 ਪਿਸਟਲ ਵੀ ਬਰਾਮਦ ਹੋਈਆਂ ਨੇ। ਇਹ ਸਾਰੀ ਬਰਾਮਦਗੀ 3 ਦਹਿਸ਼ਤਗਰਦਾਂ ਦੇ ਕੋਲੋਂ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ। ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਜਲੇਬੀ ਵਾਲੇ ਚੌਕ ਦੇ ਨੇੜਿਓਂ ਹੋਟਲ ਚੋਂ ਗ੍ਰਿਫਤਾਰ ਹੋਏ ਨੇ ਦਹਿਸ਼ਤਗਰਦ। ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਔਰ ਦੀਵਾਲੀ ਦੇ ਤਿਉਹਾਰ ਦੇ ਮੌਕੇ ਦਹਿਸ਼ਤਗਰਦ ਜਿਹੜਾ ਧਮਾਕਾ ਕਰਕੇ ਪੰਜਾਬ ਨੂੰ ਦਹਿਲਾਣ ਦੀ ਸਾਜ਼ਿਸ਼ ਕਰ ਰਹੇ ਨੇ। ਉਸ ਸਾਜ਼ਿਸ਼ ਦੇ ਪਿੱਛੇ ਕੌਣ ਸ਼ਾਮਿਲ ਹੈ, ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮਨੋਜ ਰਾਠੀ ਮੇਰੇ ਸਹਿਯੋਗੀ ਮੇਰੇ ਨਾਲ ਇਸ ਵੇਲੇ ਜੁੜ ਰਹੇ ਨੇ। ਮਨੋਜ, ਦੀਵਾਲੀ ਦਾ ਤਿਉਹਾਰ ਨੇੜੇ ਹੈ। ਬੱਚੇ ਬੰਬ ਪਟਾਕਿਆਂ ਦੀ ਡਿਮਾਂਡ ਕਰਦੇ ਨੇ, ਮਾਪੇ ਉਹਨਾਂ ਨੂੰ ਬੰਬ ਪਟਾਕੇ ਦਿਵਾਉਂਦੇ ਨੇ। ਪਰ ਇਸ ਵੇਲੇ ਜਿਹੜੇ ਅਸਲੀ ਬੰਬ ਤੇ ਅਸਲੀ ਗੋਲੀਆਂ ਲੈ ਕੇ ਬੈਠੇ ਨੇ ਔਰ ਜਿਨ੍ਹਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਨੇ,
ਔਰ ਜਿਹੜੇ ਹਜੇ ਗਿਰਫਤ ਤੋਂ ਬਾਹਰ ਨੇ ਅਜਿਹੇ ਕਿਹੜੇ-ਕਿਹੜੇ ਚਿਹਰੇ ਨੇ ਔਰ ਕੀ ਜਾਣਕਾਰੀ ਉਹਨਾਂ ਦੇ ਬਾਰੇ ਮਿਲ ਪਾ ਰਹੀ ਹੈ। बिल्कुल गगन जिदा तुसी जिक्र किया कि एक पासे फैसटीवल सीजन है, दिवाली का सीजन है, तो लगातार लोग जिहड़े हैगे शॉपिंग करते नजर आ रहे बाजारां च। बिल्कुल बहुत ज्यादा रश है, परिवार अपने बच्चों नाल बुजुर्गों नाल शॉपिंग कर रहे हैं, लेकिन दूजे पासे एक बहुत बड़ी साजिश, एक बहुत बड़ी प्लैनिंग जिहड़ी है ओहदा खुलासा किया है, पुलिस नूं एक बड़ी सफलता भी हासिल हुई है। 3 दहशतगर्द नूं काबू किया है, उन्होंने कोलों जिहड़े वैपन्स जिहड़ा तुसीं भी जिक्र कर रहे हो उन्होंने कोलों रिकवर हुए हैं। एक बड़ी कामयाबी एंटी गैंगस्टर टास्क फोर्स ते दिल्ली दी स्पैशल सैल नूं एक जिहड़ी हैगी इन्फॉर्मेशन सी, एक बहुत बड़ी इन्फॉर्मेशन सी, जिस तो बाद एक छोटा जिहा होटल हैगा जलेबी चौक दे नेड़े, जिहड़े पुलिस सोर्सिस सानूं जानकारी दे रहे एक बड़ा ही नॉर्मल जिहा होटल है जिथों उन्हां नूं गिरफ्तार किया है ते उन्हां तों वड्डे खुलासे होए हैं। बहुत बड़े खुलासे जिहड़े चौहान बहुत बड़े खुलासे करते हैं कि जिहदे विच पुलिस भी हैरान है कि इस तरह की साजिश नूं अंजाम देने की कोशिश, इस तरह की साजिश नूं प्लैनिंग की गई सी। इहदे विच सब तो मोस्ट लखबीर सिंह लंडा जिहड़ा विदेश च बैठा है वो सारी चीज़ां असैंबल उन्हें की है, ते जिहड़ा ड्रोन दे राही जिहड़े भी हथियार आए हैं, क्योंकि यह भी खुलासा होया है कि काफी दिन पहला ये जिहड़े हथियार ने, ग्रेनेड ने, AK-47 ने, 9mm की जिहड़ी पिस्टल ने, होर जिहड़े जिंदा कारतूस ने वो पंजाब पहुंच चुके ने। क्रॉस बॉर्डर जिहड़ा असला है, ये जिहड़े हथियार है, जिहड़े इलीगल वैपन है वो पहुंच चुके ने। ते इन्हां दी जिहड़ी साजिश सी, इन्हां दी जिहड़ी प्लैनिंग सी, फैसटीवल सीजन करके जिहड़े भीड़ भाड़ जिहड़े एरिया ने उत्थे धमाके करने सीगे, साजिश नूं अंजाम देना सीगा, लेकिन वो अपने मनसूबियां कामयाब नहीं हुए, क्योंकि पुलिस दी एक इन्फॉर्मेशन, पुलिस दी एक पुख्ता जिहड़ी है सीक्रेट इन्फॉर्मेशन ता जिहड़ा काउंटर इंटैलीजेंस हुंदा है या फिर होर जिहड़ी CID विंग हुंदा है या दिल्ली दी स्पैशल सैल ते पंजाब पुलिस दी जिहड़ी एंटी गैंगस्टर टास्क फोर्स है ते लोकल पुलिस दी हेल्प नाल इन्हां नूं काबू करके ਵੱਡੇ खुलासे किए। हालांकि जिदा तुसी भी जिक्र किया कि इन्हों को जी रिकवरी है वो तो हुई है, लेकिन इन्होंने एक होर खुलासा किया है, जो पुलिस सोर्सिस दस रहे हैं कि ये 3 नहीं है, ये 3 नहीं है, ये करीब 2 दर्जन तो भी ज्यादा लोग ने, दहशतगर्द ने, 2 दर्जन तो भी ज्यादा जेडे दहशतगर्द ने, जेडे पुलिस सोर्सिस जानकारी दे रहे हैं। मनोज चैलेंज यही है, मनोज इस वेले का चैलेंज यही नजर आ रहा है कि पहला साफ तौर पर एक दौर जो काला दौर रहा है पंजाब का, पुलिस ਨੂੰ ਉਸ ਵੇਲੇ ਪਤਾ ਲੱਗਦਾ ਸੀ ਕਿ ਇਹ ਗਰੁੱਪ ਜਿਹੜਾ ਹੈਗਾ ਇਹ ਟੈਰਰਿਸਟ ਦੀ ਮਦਦ ਕਰਦਾ ਹੈ, ਇਹ ਸਪੋਰਟ ਕਰਦਾ ਹੈ, ਸਿੱਧੇ ਤੌਰ ਤੇ ਜਾ ਕੇ ਫੜ ਲੈਂਦੇ ਸੀ। ਰਾਜੀਵ ਵੀ ਮੇਰੇ ਨਾਲ ਜੁੜ ਰਹੇ ਨੇ, ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ। ਰਾਜੀਵ ਦੇ ਕੋਲ ਚਲਾਂਗੇ ਇਸ ਸਵਾਲ ਨੂੰ ਲੈ ਕੇ। ਰਾਜੀਵ, ਪਹਿਲਾਂ ਬੜਾ ਕਲੀਅਰ ਸੀਗਾ, ਤੁਸੀਂ ਬਾਰਡਰ ਬੈਲਟ ਕਵਰ ਕਰਦੇ ਰਹੇ ਹੋ ਕਾਫੀ ਟਾਈਮ ਤੋਂ, ਕਾਲਾ ਦੌਰ ਵੀ ਜਿਹੜਾ ਹੈਗਾ ਇਸ ਸਭ ਦੇ ਵਿਚਾਲੇ ਰਿਹਾ ਹੈ ਇੱਕ ਬਹੁਤ ਲੰਮਾ ਚਿਰ। ਪੁਲਿਸ ਨੂੰ ਉਸ ਵੇਲੇ ਪਤਾ ਸੀਗਾ ਕਿ ਇਹ ਟੈਰਰਿਸਟ ਦਾ ਏਡੀ ਹੈਗਾ, ਫਲਾਣੇ ਗਰੁੱਪ ਦੇ ਨਾਲ ਜੁੜਿਆ ਹੈ, ਇਹ ਉਸ ਦੀ ਮਦਦ ਕਰ ਰਿਹਾ ਹੈ, ਇਸ ਨੂੰ ਚੱਕ ਲੋ, ਇਹ ਆਪੇ ਦੱਸ ਦੇਗਾ ਬਾਕੀਆਂ ਦੇ ਨਾਂ। ਹੁਣ ਡਰੋਨ ਦੇ ਰਾਹੀਂ ਹਥਿਆਰ ਆਉਂਦੇ ਨੇ ਰਾਜੀਵ, ਡਰੋਨ ਦੇ ਰਾਹੀਂ ਸਪਲਾਈ ਕਿਸੇ ਹੋਰ ਕੋਲ ਹੁੰਦੀ ਹੈ, ਸਪਲਾਈ ਕਰਕੇ ਉਹ ਕਿਸੇ ਹੋਰ ਕੋਲ ਭੇਜਦਾ ਹੈ ਔਰ ਤੀਜਾ ਬੰਦਾ ਜਿਹੜਾ ਹੈਗਾ ਉਸ ਨੂੰ ਲਿਜਾ ਕੇ ਕਿਸੇ ਹੋਰ ਨੂੰ ਫੜਾਉਂਦਾ ਹੈ। ਕਿੰਨਾ ਵੱਡਾ ਚੈਲੰਜ ਪੁਲਿਸ ਦੇ ਲਈ ਰਾਜੀਵ, ਔਰ ਇਹ ਜਿਹੜੀ ਗ੍ਰਿਫਤਾਰੀ ਹੋਈ ਹੈ ਜਲੇਬੀ ਚੌਕ ਦੇ ਨੇੜਿਓਂ, ਇਸ ਦੇ ਬਾਰੇ ਕੀ ਡਿਟੇਲਸ ਮਿਲ ਪਾ ਰਹੀਆਂ ਨੇ ਰਾਜੀਵ? देखो जितों तक तुसी काले दौर का जिक्र कर रहे हो तो उस वेले इन्नियां सुविधावां या इन्नी जिहड़ी टैक्नोलॉजी है इन्नी ज़्यादा स्ट्रोंग नहीं सी, उस वेले सोशल मीडिया नहीं सी, उस वेले इंटरनेट नहीं सी, तो हुण बहुत सारी जिहड़ी हाई टैक असीं कह सकते हैं कि ये जिहड़े भावें वो गैंगस्टर होण या फिर जिहड़े अतवादी ने तो वो इन्हां नवीआं तकनीकां दा इस्तेमाल करदे ने। तो इस जिहड़ा ताज़ा मामला रात नूं अमृतसर दे विच होया, जिस दे विच ज्वाइंट जिहड़ा ऑपरेशन चलाया गया पुलिस वालों, दिल्ली की जिहड़ा स्पैशल सैल है, उस तो इलावा अमृतसर पुलिस वालों, तो उस दे विच जिहड़ियां 3 गिरफ्तारियां होईयां ने उन्हां नूं लैके सब तो अहम जिहड़ी सोचण वाली गल ये है कि एक पासे त्योहारां दा सीजन है और दूसरे पासे ओह दरबार साहिब दे भीड़ भाड़ इलाके वाला जिहड़े होटलों का इलाका काफ़ी भीड़ भाड़ रहिंदी है कि आखिरकार उत्थे ओह क्यों रुके हुए सन, कि उन्होंने उस इलाके दे विच किसी वारदात नूं अंजाम देना सी या फिर गुरु नगरी दे विच कोई ऐसी वारदात नूं अंजाम देना सी जिसका, क्योंकि अमृतसर दे विच कोई छोटी भी जेकर घटना वापरदी है तो उसका जिहड़ा असर है वो पूरी दुनिया दे विच नज़र आउंदा है और उसका जिहड़ा सुनेहा है पूरी दुनिया दे विच जांदा। तो शायद इस करके ही इस शहर नूं, इस गुरु नगरी नूं इन्हां वल्लों चुनिया गया। दूसरे पासे ਜਿਹੜੇ स्लीपर सैल ने वो लगातार एक्टिव ने, तो जितों तक लखबीर लंडे का सवाल है तो वो लगातार माझा खेत्र दे विच एक्टिव हुंदा नज़र आ रहा। पिछले दिनों दे विच भी उसके कई साथी जिहड़े ने वो गिरफ्तार किए जा चुके हैं। तो अमृतसर के नाल तरन तारण दे विच भी
ਉਸਦੇ ਬਹੁਤ ਸਾਰੇ ਐਸੇ ਸਾਥੀ ਨੇ। ਤਾਂ ਇਸ ਮਾਮਲੇ ਦੇ ਵਿੱਚ ਵੀ ਹੁਣ ਜਾਣਕਾਰੀ ਮਿਲਦੀ ਹੈ ਕਿ 3 ਲੋਕ ਜਿਹੜੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਤਾਂ ਉਹਨਾਂ ਦੇ ਹੋਰ ਅੱਗੇ ਜਿਹੜੇ ਐਸੋਸੀਏਟ ਨੇ ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਹੁਣ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਕਾਮਯਾਬੀ ਹੈ। ਦੂਸਰੇ ਪਾਸੇ ਦਿੱਲੀ ਪੁਲਿਸ ਦੇ ਕੋਲ ਇਹ ਇਨਪੁਟ ਜਿਹੜੀ ਹੈ ਉਹ ਪਹੁੰਚੀ ਸੀ। ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ ਤਾਲਮੇਲ ਜਿਹੜਾ ਉਹ ਸੈੱਟ ਕਰਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੀ ਜਿਹੜੀ ਟੀਮ ਹੈ ਉਹ ਵੀ ਮੌਕੇ ਤੇ ਮੌਜੂਦ ਸੀ, AGTF ਹੈ ਉਹ ਵੀ ਮੌਜੂਦ ਸੀ। ਤਾਂ ਇਸ ਮਾਮਲੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਨੇ AK-47 ਔਰ ਜਿਹੜੇ ਪਿਸਟਲ ਨੇ ਉਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਮੰਗਵਾਏ ਗਏ ਸੀ। ਤਾਂ ਡਰੋਨ ਕਨੈਕਸ਼ਨ ਦੀ ਸ਼ੁਰੂਆਤ ਕਦੋਂ ਹੁੰਦੀ ਹੈ? ਜਦੋਂ ਪੰਜਾਬ ਦੇ ਵਿੱਚ DGP ਦਿਨਕਰ ਗੁਪਤਾ ਸਨ। ਉਹਨਾਂ ਨੇ ਸਭ ਤੋਂ ਪਹਿਲਾਂ ਇਹ ਖੁਲਾਸਾ ਕੀਤਾ ਸੀ ਕਿ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਕ੍ਰਾਸ ਬਾਰਡਰ ਜਿਹੜਾ ਭਾਵੇਂ ਉਹ ਨਸ਼ਾ ਹੋਵੇ ਜਾਂ ਫਿਰ ਜਿਹੜੇ ਹਥਿਆਰ ਨੇ ਤਾਂ ਉਹਨਾਂ ਨੂੰ ਜਿਹੜੇ ਭੇਜਣ ਵਾਲੇ ਲੋਕ ਨੇ ਉਹ ਹਰ ਰੋਜ਼ ਨਵੀਂ ਤਕਨੀਕ ਦਾ ਇਸਤੇਮਾਲ ਕਰਦੇ ਨੇ। ਜਿਵੇਂ ਪਹਿਲਾਂ ਵਰਚੁਅਲ ਕਾਲਿੰਗ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਸੀ, ਕਿਸ ਤਰੀਕੇ ਦੇ ਨਾਲ ਇੰਟਰਨੈਟ ਕਾਲ ਕੀਤੀ ਜਾਂਦੀ ਹੈ। ਹਾਲਾਂਕਿ ਇਹਨਾਂ ਚੀਜ਼ਾਂ ਦਾ ਇਸਤੇਮਾਲ ਜਿਹੜੇ ਠੱਗ ਨੇ ਉਹ ਵੀ ਕਰਦੇ ਨੇ। ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਇਹਨਾਂ ਤਿੰਨਾਂ ਦੇ ਕੋਲੋਂ ਜੋ ਹੁਣ ਤੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਮੁਤਾਬਕ ਇੱਕ AK-47 ਹੈ ਔਰ 3 ਪਿਸਟਲ ਨੇ ਔਰ ਜਿੰਦਾ ਕਾਰਤੂਸ ਵੀ ਨੇ। ਇਹ ਚੀਜ਼ਾਂ ਜਿਹੜੀਆਂ ਹੁਣ ਤੱਕ ਖੁਲਾਸਾ ਕਰ ਦਿੱਤਾ ਗਿਆ। ਹਾਲਾਂਕਿ ਕੱਲ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਵੀ ਇਹਨਾਂ ਦੀ ਨਿਸ਼ਾਨਦੇਹੀ ਤੇ ਹੋਰ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਤਾਂ ਹੋ ਸਕਦਾ ਕਿ ਜੇਕਰ ਅੱਜ ਕੋਈ ਪ੍ਰੈਸ ਕਾਨਫਰੰਸ ਦਿੱਲੀ ਪੁਲਿਸ ਜਾਂ ਪੰਜਾਬ ਪੁਲਿਸ ਵੱਲੋਂ ਕੀਤੀ ਜਾਂਦੀ ਤਾਂ ਉਸ ਦੇ ਵਿੱਚ ਹੋਰ ਵੀ ਰਿਕਵਰੀ ਦਾ ਖੁਲਾਸਾ ਕੀਤਾ ਜਾ ਸਕਦਾ। ਪਰ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਕੋਈ ਪੰਜਾਬ ਦੇ ਜਿਹੜੇ ਹੋਟਲ ਵਿੱਚ ਆ ਕੇ ਰੁਕੇ ਸੀਗੇ ਨੇ ਉਹ ਸਾਂਝੀਆਂ ਕੀਤੀਆਂ ਨੇ। ਠੀਕ ਰਾਜੀਵ, ਜਿਹੜੇ ਹੋਟਲ ਵਿੱਚ ਆ ਕੇ ਰੁਕੇ ਨੇ ਉਸ ਹੋਟਲ ਦੇ ਵਿੱਚ ਕਾਰਵਾਈ ਹੋ ਰਹੀ ਹੈ? ਕਿਸੇ ਹੋਟਲ ਦੇ ਵਿੱਚ ਆ ਕੇ ਟੈਰਰਿਸਟ ਰੁਕ ਜਾਂਦੇ ਨੇ ਜਾਂ ਟੈਰਰਿਸਟ ਤੇ AD ਰੁਕ ਜਾਂਦੇ ਨੇ ਔਰ ਹੋਟਲ ਨੂੰ ਇਹ ਆਈਡੀਆ ਵੀ ਨਹੀਂ ਲੱਗਦਾ, ਇਹ ਭਿਣਕ ਵੀ ਨਹੀਂ ਲੱਗਦੀ, ਕੋਈ ਉਸ ਦੇ ਬਾਰੇ ਕੋਈ ਜਾਂਚ ਕੀਤੀ ਜਾ ਰਹੀ ਹੈ? ਦੇਖੋ ਇਹ ਜਾਂਚ ਦਾ ਵਿਸ਼ਾ ਹੈ ਕਿ ਉਸ ਹੋਟਲ ਦਾ ਉਸ ਦੇ ਵਿੱਚ ਕੀ ਸ਼ਮੂਲੀਅਤ ਹੈ, ਕਿਉਂਕਿ ਹਰਿਮੰਦਰ ਸਾਹਿਬ ਦੇ ਵਿੱਚ ਜੇਕਰ ਨਤਮਸਤਕ ਹੋਣ ਵਾਲੇ ਲੋਕਾਂ ਦੀ ਸ਼ਰਧਾਲੂਆਂ ਦੀ ਗੱਲ ਕਰੀਏ ਤਾਂ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਉੱਥੇ ਹੋਟਲਾਂ ਦੇ ਵਿੱਚ ਆ ਕੇ ਰੁਕਦੇ ਨੇ। ਪਰ ਜੇਕਰ ਹੋਟਲ ਵਾਲੇ ਨੂੰ ਇਹ ਪਤਾ ਸੀ ਕਿ ਇਹ ਲੋਕ ਅੱਤਵਾਦੀ ਗਤੀਆਂ ਦੇ ਵਿੱਚ ਸ਼ਾਮਿਲ ਨੇ ਜਾਂ ਫਿਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਨੇ ਤਾਂ ਫਿਰ ਲਾਜ਼ਮੀ ਤੌਰ ਤੇ ਹੋਟਲ ਮਾਲਕ ਤੇ ਕਾਰਵਾਈ ਹੋਏਗੀ। ਪਰ ਜੇਕਰ ਕੋਈ ਆਪਣਾ ਸਹੀ ID ਪ੍ਰੂਫ ਦੇ ਕੇ ਹੋਟਲ ਦੇ ਵਿੱਚ ਰੁਕਦਾ ਤਾਂ ਉਸ ਦੇ ਵਿੱਚ ਕੋਈ ਅਸੀਂ ਨਹੀਂ ਕਹਿ ਸਕਦੇ ਕਿ ਕੋਈ ਅਪਰਾਧ ਕੀਤਾ ਕਿਸੇ ਨੇ। ਪਰ ਜੇਕਰ ਉਸਨੇ ਗਲਤ ਦਸਤਾਵੇਜ਼ਾਂ ਤੇ ਜਾਂ ਗਲਤ ਢੰਗ ਦੇ ਨਾਲ ਉਹਨਾਂ ਨੂੰ ਉਸ ਹੋਟਲ ਦੇ ਵਿੱਚ ਰੱਖਿਆ ਸੀ ਤਾਂ ਲਾਜ਼ਮੀ ਤੌਰ ਤੇ ਕਾਰਵਾਈ ਹੋਏਗੀ। ਹਾਲਾਂਕਿ ਲੋਕੇਸ਼ਨ ਜ਼ਰੂਰ ਦੱਸੀ ਗਈ ਹੈ ਕਿ ਉਸ ਥਾਂ ਤੇ ਉਹ ਹੋਟਲ ਹੈ, ਪਰ ਕਿਹੜਾ ਹੋਟਲ ਹੈ ਇਸ ਬਾਰੇ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਗਿਆ। ਜੀ बिल्कुल राजीव, यही सवाल मैं मनोज को लेके जाना चाहूंगा। मनोज, चैलेंजिंग पोजीशन ये है 3 ਟੈਰਰਿਸਟ AD ਆਂਦੇ ਨੇ ਹੋਟਲ ਦੇ ਵਿੱਚ ਰੁਕਦੇ ਨੇ, ਉਹਨਾਂ ਦੇ ਕੋਲੋਂ ਹਥਿਆਰ ਬਰਾਮਦ ਹੁੰਦੇ ਨੇ, AK-47 ਬਰਾਮਦ ਹੋਈ ਹੈ। ਇਹ ਤਾਂ ਹਜੇ ਡਿਕਲੇਅਰ ਹੋਇਆ ਹੈ। ਜਿਹੜਾ ਅਨਡਿਕਲੇਅਰਡ ਹੈਗਾ, ਅਨਡਿਕਲੇਅਰਡ ਦੇ ਵਿੱਚ ਹੋਰ ਵੀ ਚੀਜ਼ਾਂ ਹੋ ਸਕਦੀਆਂ ਨੇ ਜੋ ਬਾਅਦ ਵਿੱਚ ਖੁਲਾਸੇ ਪੁਲਿਸ ਕਰੇਗੀ ਜਾਂ ਬਾਅਦ ਵਿੱਚ ਜਿਹੜਾ ਹੈਗਾ ਅਧਿਕਾਰੀ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਵਿੱਚ ਦੱਸਣਗੇ। ਪਰ ਸਵਾਲ ਇਹ ਹੈ ਕਿ ਇਸ ਤਰੀਕੇ ਸਭ ਤੋਂ ਅਹਿਮ ਥਾਂ ਤੇ ਪੰਜਾਬ ਦੀ ਸਭ ਤੋਂ ਇਹ ਕਹਿ ਲਿਆ ਜਾਵੇ ਕਿ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਦੇ ਲਈ ਸਭ ਤੋਂ ਅਹਿਮ, ਸਭ ਤੋਂ ਪਵਿੱਤਰ ਥਾਂ, ਔਰ ਇਕੱਲਾ ਸਿੱਖਾਂ ਦੇ ਲਈ ਨਹੀਂ ਹਰੇਕ ਧਰਮ ਦੇ ਲੋਕਾਂ ਦੀ ਜਿਹੜੀ ਆਸਥਾ ਦਾ ਕੇਂਦਰ ਹੈ ਅੰਮ੍ਰਿਤਸਰ, ਉੱਥੇ ਟਾਰਗੇਟ ਕੀਤਾ ਜਾਣਾ ਇਹ ਆਪਣੇ ਆਪ ਵਿੱਚ ਸਿੱਧਾ ਚੈਲੰਜ ਪੂਰੇ ਦੇ ਪੂਰੇ ਐਡਮਿਨਿਸਟ੍ਰੇਸ਼ਨ ਨੂੰ ਔਰ ਸਰਕਾਰ ਨੂੰ। ਮਨੋਜ ਬਿਲਕੁਲ ਗਗਨ, ਸਿੱਧੇ ਤੌਰ ਤੇ ਇਹ ਚੈਲੰਜ ਹੈ, ਸਿੱਧੇ ਤੌਰ ਤੇ ਚੈਲੰਜ ਹੈ ਐਡਮਿਨਿਸਟ੍ਰੇਸ਼ਨ ਨੂੰ ਤੇ ਪੁਲਿਸ ਨੂੰ। ਲੇਕਿਨ ਉਹਨਾਂ ਦੇ ਜਿਹੜੇ ਇਰਾਦੇ ਸੀਗੇ, ਜਿਹੜੀ ਉਹਨਾਂ ਦੀ ਸਾਜ਼ਿਸ਼ ਸੀ, ਜਿਹੜੀ ਉਹਨਾਂ ਦੀ ਪਲੈਨਿੰਗ ਸੀ, ਬਹੁਤ ਵੱਡੀ ਪਲੈਨਿੰਗ ਸੀ, ਬਹੁਤ ਵੱਡੀ ਪਲੈਨਿੰਗ। ਜਿਹੜੇ ਪੁਲਿਸ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਕਿਸ ਤਰ੍ਹਾਂ ਗੁਰੂ ਨਗਰੀ ਦੇ ਨੇੜੇ ਤੇੜੇ ਅਸੀਂ ਧਮਾਕੇ ਕਰਨੇ ਹੈ, ਦਹਿਸ਼ਤ ਮਚਾਉਣ ਦੀ ਕੋਸ਼ਿਸ਼ ਕਰਨੀ ਹੈ, ਮਾਹੌਲ ਖਰਾਬ ਕਰਨਾ ਹੈ। ਜਿਹੜੀ ਤੁਸੀਂ ਹੋਟਲ ਦੀ ਗੱਲ ਕਰ ਰਹੇ ਹੋ, ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਹੈ ਕਿ ਇਹ ਜਿਹੜੇ ਹੋਟਲ 'ਚ ਰੁਕੇ ਸੀਗੇ ਉਹ ਬਹੁਤ ਹੀ ਨਾਰਮਲ ਹੈ, ਕਿਉਂਕਿ ਗੁਰੂ ਨਗਰੀ ਹੈ, ਜਿਹੜੇ ਟੂਰਿਸਟ ਹੈ ਦੂਰੋਂ ਦੂਰੋਂ ਉੱਥੇ ਮੱਥਾ ਟੇਕਣ ਆਉਂਦੇ ਹੈ ਗੁਰੂ ਨਗਰੀ 'ਚ। ਤਾਂ ਇਹ ਜਿਹੜੇ ਛੋਟੇ ਛੋਟੇ ਹੋਟਲ ਉੱਥੇ ਬਣਾਏ ਗਏ ਨੇ, ਹੁਣ ਇਹਦੇ ਤੇ ਵੀ ਕਾਰਵਾਈ ਜਿਹੜੀ ਹੈ ਉਹ ਕਰਨ ਦੀ ਤਿਆਰੀ ਕਰ ਰਹੀ ਹੈ ਲੋਕਲ ਪੁਲਿਸ। ਜਿਹੜੇ ਅਧਿਕਾਰੀ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਜਿਹੜੇ ਛੋਟੇ ਛੋਟੇ ਉੱਥੇ ਹੋਟਲਸ ਜਾਂ ਫਿਰ ਗੈਸਟ ਹਾਊਸ ਜਿਹੜੇ ਬਣਾਏ ਗਏ ਨੇ ਉਹ ਪੂਰੀ ਵੈਰੀਫਿਕੇਸ਼ਨ ਕਰਦੇ ਹੈ ਜਾਂ ਫਿਰ ਫੇਕ ਜੇ ਹੁੰਦਾ ਜਾਂ ਕਿਸ ਤਰ੍ਹਾਂ ਦਾ ਕੋਈ ਸ਼ੱਕ ਹੁੰਦਾ ਹੈ, ਕਿਉਂਕਿ ਉਹਨਾਂ ਦੇ ਕੋਲ ਕਾਫੀ ਸਮਾਨ ਹੁੰਦਾ ਹੈ, ਉਹਨਾਂ ਦੀ ਵੈਰੀਫਿਕੇਸ਼ਨ ਜਾਂ ਪੁਲਿਸ ਨੂੰ ਤੁਸੀਂ ਇਨਫੋਰਮ ਕਰ ਦਿਓ। ਇਹਦੇ ਤੇ ਵੀ ਹੁਣ ਕਾਰਵਾਈ ਜਿਹੜੀ ਹੈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਲੋਕਲ ਪੁਲਿਸ ਵੱਲੋਂ। ਜਿਹੜੇ ਸੀਨੀਅਰ ਅਧਿਕਾਰੀ ਗੱਲਬਾਤ ਕਰ ਰਹੇ ਹੈ। ਲੇਕਿਨ ਉਸ ਤੋਂ ਇਲਾਵਾ ਜਿਹੜੇ ਇਹ ਦਹਿਸ਼ਤਗਰਦ ਸੀਗੇ ਜਿਨ੍ਹਾਂ ਕੋਲੋਂ ਇਹ ਸਾਰੀ ਚੀਜ਼ਾਂ ਰਿਕਵਰ ਹੋਈ ਹੈ,
ਉਹਨਾਂ ਤੋਂ ਇਨਫੋਰਮੇਸ਼ਨ ਜਿਹੜੀ ਇਕੱਠੀ ਹੋਈ ਹੈ, ਉਹਨਾਂ ਤੋਂ ਜਿਹੜੇ ਖੁਲਾਸੇ ਹੋਏ ਹੈ, ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਈ ਹੈ ਗਗਨ, ਉਹਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸੀਗੀ, ਬਹੁਤ ਵੱਡੀ ਸਾਜ਼ਿਸ਼ ਨੂੰ। ਔਰ ਡਰੋਨ ਦੇ ਰਾਹੀਂ ਜਿੰਨੇ ਵੀ ਹਥਿਆਰ ਭੇਜੇ ਨੇ, ਡਰੋਨ ਦੇ ਰਾਹੀਂ ਜਿੰਨੇ ਵੀ ਵੈਪਨਸ ਭੇਜੇ ਨੇ, AK-47 ਦੇ ਨਾਲ ਜਿਹੜੇ ਗ੍ਰੇਨੇਡ ਭੇਜੇ ਨੇ, ਉਹ ਸਾਰੇ ਰਿੰਦਾ ਜਿਹੜਾ ਹਰਵਿੰਦਰ ਸਿੰਘ ਰਿੰਦਾ ਜਿਹੜਾ ਬਹਿ ਕੇ ਉਹ ਸਾਰੀ ਜਿਹੜੀ ਹੈਗੀ ਉਹ ਖੇਪ ਭੇਜਦਾ ਨਜ਼ਰ ਆ ਰਿਹਾ। ਤੇ ਦੂਜੇ ਪਾਸੇ ਲਖਬੀਰ ਸਿੰਘ ਲੰਡਾ ਦਾ ਕੰਮ ਕੀ ਹੈ? ਫਾਈਨੈਂਸ਼ੀਅਲੀ ਤੇ ਜਿਹੜੀ ਅਸੈਂਬਲ ਕਰਨਾ, ਕਿਉਂਕਿ ਉਹਦਾ ਜਿਹੜਾ ਨੈਟਵਰਕ ਹੈ ਬਹੁਤ ਸਟਰੋਂਗ ਹੁੰਦਾ ਜਾ ਰਿਹਾ। ਦੂਜੇ ਪਾਸੇ ਜਿਹੜੇ ਉਹਦੇ ਐਸੋਸੀਏਟ ਫੜੇ ਜਾ ਰਹੇ ਨੇ, ਲੰਡਾ ਦੇ ਜਿਹੜੇ ਐਸੋਸੀਏਟ ਫੜੇ ਗਏ ਨੇ, ਉਹਨਾਂ ਤੋਂ ਵੀ ਵੱਡੇ ਖੁਲਾਸੇ ਹੋ ਰਹੇ ਹਨ, ਉਹ ਵੀ ਤੁਹਾਨੂੰ ਦੱਸਾਂਗੇ। ਉਹਨਾਂ ਤੋਂ ਵੱਡੇ ਖੁਲਾਸੇ ਹੋ ਰਹੇ, ਉਹਨਾਂ ਤੋਂ ਕੜੀ ਰਿਕਵਰੀ ਹੋ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਡਰੋਨ ਦੇ ਥਰੂ, ਜਿਹਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਹੁਣ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਕਿ ਡਰੋਨ ਦੇ ਥਰੂ, ਇਹ ਉਹਨਾਂ ਦੇ ਐਸੋਸੀਏਟਸ ਵੱਲੋਂ ਪੁੱਛਗਿੱਛ 'ਚ ਦੱਸਿਆ ਗਿਆ ਹੈ ਕਿ ਡਰੋਨ ਦੇ ਰਾਹੀਂ ਬਹੁਤ ਸਾਰੇ ਹਥਿਆਰ ਪੰਜਾਬ ਪਹੁੰਚ ਚੁੱਕੇ ਨੇ, ਬਹੁਤ ਸਾਰੇ ਵੈਪਨਸ। ਬਿਲਕੁਲ, ਔਰ ਇਹੀ ਚੈਲੰਜ ਹੈ ਮਨੋਜ, ਇਹੀ ਚੈਲੰਜ ਹੈ ਪੁਲਿਸ ਦੇ ਲਈ ਵੀ, ਐਡਮਿਨਿਸਟ੍ਰੇਸ਼ਨ ਦੇ ਲਈ ਵੀ, BSF ਦੇ ਲਈ ਵੀ, ਔਰ ਐਡਮਿਨਿਸਟ੍ਰੇਸ਼ਨ, ਲੋਕਲ ਐਡਮਿਨਿਸਟ੍ਰੇਸ਼ਨ ਔਰ ਗਵਰਨਮੈਂਟ ਦੇ ਲਈ ਵੀ। ਬਹੁਤ ਸ਼ੁਕਰੀਆ ਮਨੋਜ ਤੁਹਾਡਾ ਵੀ, ਬਹੁਤ ਸ਼ੁਕਰੀਆ ਰਾਜੀਵ ਤੁਹਾਡਾ ਵੀ ਇਸ ਪੂਰੀ ਜਾਣਕਾਰੀ ਦੇ ਲਈ। ਰਾਜੀਵ ਅਤੇ ਮਨੋਜ ਮੇਰੇ ਦੋ ਸਹਿਯੋਗੀ ਜਿਹੜੇ ਸਪੌਟ ਤੇ ਜਾਣਕਾਰੀ ਦੇ ਰਹੇ ਨੇ ਸਾਨੂੰ ਕਿ ਕੀ ਕੁਝ ਹੋਇਆ, ਕਿਸ ਤਰੀਕੇ ਜਿਹੜਾ ਹੈਗਾ ਤਸਵੀਰ ਜਿਹੜੀ ਹੈਗੀ ਉਹ ਹੋਰ ਖਤਰਨਾਕ ਹੁੰਦੀ ਜਾ ਰਹੀ, ਔਰ ਇਹ ਉਹ ਰਿਕਵਰੀ ਹੈ, ਇਹ ਉਹ ਹਥਿਆਰ ਨੇ ਜਿਸ ਦਾ ਜ਼ਿਕਰ ਰਾਜੀਵ ਕਰ ਰਹੇ ਸੀਗੇ, ਇਹ ਉਹ AK-47 ਨੇ ਜਿਹੜੀ ਬਰਾਮਦ ਹੋਈ ਹੈ, ਇਹ ਉਹ 3 ਪਿਸਟਲ ਨੇ ਜਿਹੜੀ ਬਰਾਮਦ ਹੋਈਆਂ ਨੇ, ਔਰ ਇਸ ਦੇ ਨਾਲ ਹੀ ਜਿੰਦਾ ਕਾਰਤੂਸ ਬਰਾਮਦ ਹੋਏ ਨੇ। ਇਹ ਤਾਂ ਹਜੇ ਪਹਿਲਾ ਖੁਲਾਸਾ ਹੈ। ਇਸ ਤੋਂ ਬਾਅਦ ਜਿਵੇਂ ਪੁੱਛਗਿੱਛ ਹੋਵੇਗੀ, ਕਿਉਂਕਿ ਮਨੋਜ ਜਿਹੜਾ ਜ਼ਿਕਰ ਕਰ ਰਹੇ ਸੀਗੇ 2 ਦਰਜਨ ਦੇ ਕਰੀਬ ਲੋਕਾਂ ਦੀ ਟੀਮ ਤਿਆਰ ਕੀਤੀ ਗਈ ਸੀ ਇਸ ਪੂਰੀ ਕਾਰਵਾਈ ਨੂੰ ਅੰਜਾਮ ਦੇਣ ਦੇ ਲਈ। ਫੜੇ ਗਏ ਨੇ ਸਿਰਫ 3, ਯਾਨੀ 21 ਚਿਹਰੇ ਘੱਟੋ ਘੱਟ ਹਜੇ ਵੀ ਅਜਿਹੇ ਨੇ ਜਿਹੜੇ ਕਿਤੇ ਵੀ ਮੌਜੂਦ ਹੋ ਸਕਦੇ ਨੇ। ਔਰ ਇਸੇ ਲਈ ਸਰਕਾਰ ਦੇ ਲਈ, ਪ੍ਰਸ਼ਾਸਨ ਦੇ ਲਈ ਚੈਲੰਜਿੰਗ ਪੋਜੀਸ਼ਨ ਹੈਗੀ। ਔਰ ਇਹ ਸਿਰਫ ਸਰਕਾਰ ਤੇ ਪ੍ਰਸ਼ਾਸਨ ਲਈ ਚੈਲੰਜਿੰਗ ਨਹੀਂ ਹੈ, ਇਹ ਪੰਜਾਬ ਦੇ ਆਮ ਲੋਕਾਂ ਦੇ ਲਈ ਵੀ ਚੈਲੰਜਿੰਗ ਹੈ ਕਿ ਜੇਕਰ ਆਪਣੇ ਆਲੇ ਦੁਆਲੇ ਤੁਸੀਂ ਕਿਸੇ ਸ਼ੱਕੀ ਸ਼ਖਸ ਨੂੰ ਦੇਖਦੇ ਹੋ ਤਾਂ ਉਸ ਦੀ ਇਤਲਾਹ ਪੁਲਿਸ ਨੂੰ ਜ਼ਰੂਰ ਦਿਓ, ਕਿਉਂਕਿ ਇਸ ਵੇਲੇ ਜਦੋਂ ਵੀ, ਵੈਸੇ ਤਾਂ ਪੂਰੇ ਮੁਲਕ ਦੇ ਵਿੱਚ ਜਦੋਂ ਤਿਉਹਾਰਾਂ ਦਾ ਸੀਜ਼ਨ ਆਉਂਦਾ ਹੈ ਤੇ ਉਸ ਦੇ ਵਿੱਚ ਅਜਿਹੀ ਸਾਜ਼ਿਸ਼ਾਂ ਹੁੰਦੀਆਂ ਨੇ। ਔਰ ਇਸ ਸਭ ਦੇ ਵਿਚਾਲੇ ਇੱਕ ਵਾਰ ਫੇਰ ਤਰਨਤਾਰਨ ਦੇ ਵਿੱਚ ਡਰੋਨ ਨਜ਼ਰ ਆਇਆ ਹੈ। BSF ਦੇ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਕੀਤੀ ਹੈ। ਤਰਨਤਾਰਨ ਤੋਂ ਇਹ ਵੱਡੀ ਖਬਰ, ਤਰਨਤਾਰਨ ਦੇ ਵਿੱਚ ਡਰੋਨ ਜਿਹੜਾ ਹੈਗਾ ਦਿਖਾਈ ਦਿੱਤਾ ਹੈ। BSF ਜਵਾਨਾਂ ਨੇ ਡਰੋਨ ਤੇ ਫਾਇਰਿੰਗ ਕੀਤੀ ਹੈ। ਸਰਹੱਦ ਪਾਰ ਤੋਂ ਨਾਪਾਕ ਸਾਜ਼ਿਸ਼, ਔਰ ਇਸੇ ਸਾਜ਼ਿਸ਼ ਦਾ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ। ਜਦੋਂ ਵੀ ਮੁਲਕ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਹੁੰਦਾ ਹੈ, ਲੋਕ ਖੁਸ਼ੀਆਂ ਮਨਾਉਣ ਦੀ ਤਿਆਰੀ ਕਰਦੇ ਨੇ, ਤਾਂ ਉਸ ਵੇਲੇ ਅਜਿਹੀ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਨੇ ਕਿ ਕਿਸ ਤਰੀਕੇ ਉਸ ਖੁਸ਼ੀ ਦੇ ਵਿੱਚ ਜਿਹੜਾ ਹੈਗਾ ਗ੍ਰੈਂਡ ਲਾਇਆ ਜਾ ਸਕੇ। ਔਰ ਮੂਵਮੈਂਟ ਕਿਹੜੀ ਹੋ ਰਹੀ ਹੈ, ਡਰੋਨ ਮੂਵਮੈਂਟ ਜਿਸ ਤਰੀਕੇ ਹੋ ਰਹੀ ਹੈ, ਡਰੋਨ ਦੀ ਮੂਵਮੈਂਟ ਤਰਨਤਾਰਨ ਦੇ ਵਿੱਚ ਇੱਕ ਵਾਰ ਫੇਰ ਨਜ਼ਰ ਆਈ ਹੈ। BSF ਦੇ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਕੀਤੀ ਹੈ। ਸਰਹੱਦ ਪਾਰ ਤੋਂ ਜਿਹੜੀ ਨਾਪਾਕ ਸਾਜ਼ਿਸ਼ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ, ਡਰੋਨ ਦੇ ਰਾਹੀਂ ਕਦੇ ਨਸ਼ੇ ਦੀ ਤਸਕਰੀ, ਕਦੇ ਹਥਿਆਰਾਂ ਦੀ ਤਸਕਰੀ, ਔਰ ਇਹ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ। ਲਗਾਤਾਰ ਜਿਹੜਾ ਹੈਗਾ BSF ਵੀ ਕਾਰਵਾਈ ਕਰ ਰਹੀ ਹੈ, ਪਰ ਸਰਹੱਦ ਪਾਰ ਤੋਂ ਇਹ ਕੋਸ਼ਿਸ਼ਾਂ ਰੁਕ ਨਹੀਂ ਰਹੀਆਂ। ਹੁਣ ਤਰਨਤਾਰਨ ਦੇ ਵਿੱਚ ਡਰੋਨ ਦੀ ਮੂਵਮੈਂਟ ਨਜ਼ਰ ਆਈ ਹੈ। ਸਰਹੱਦ ਪਾਰ ਤੋਂ ਡਰੋਨ ਆ ਰਿਹਾ ਸੀਗਾ, BSF ਨੇ ਡਰੋਨ ਦੇ ਉੱਤੇ ਫਾਇਰਿੰਗ ਕੀਤੀ ਹੈ। ਮੇਰੇ ਸਹਿਯੋਗੀ ਸਿਧਾਰਥ ਅਰੋੜਾ ਫੋਨ ਲਾਈਨ ਤੇ ਸਾਡੇ ਨਾਲ ਜੁੜਨਗੇ ਵਧੇਰੀ ਜਾਣਕਾਰੀ ਦੇ ਨਾਲ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਸ ਇਲਾਕੇ ਦੇ ਵਿੱਚ, ਤਰਨਤਾਰਨ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਏ ਨੇ, ਸਰਹੱਦੀ ਇਲਾਕਾ ਹੈਗਾ ਤੇ ਹੁਣ ਕਿਹੜੀ ਚੈੱਕ ਪੋਸਟ ਸੀਗੀ, ਕਿਹੜੀ ਚੈੱਕ ਪੋਸਟ ਸੀ ਜਿਸ ਤੇ ਇਹ ਨਜ਼ਰ ਆਏ ਨੇ ਡਰੋਨ, ਔਰ ਡਰੋਨ ਦੀ ਮੂਵਮੈਂਟ ਤੋਂ ਬਾਅਦ ਕਾਰਵਾਈ ਕੀ ਹੋਈ ਹੈ। ਸਿਧਾਰਥ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਸਿਧਾਰਥ, ਤਰਨਤਾਰਨ ਦਾ ਕਿਹੜਾ ਏਰੀਆ ਜਿੱਥੇ ਡਰੋਨ ਨਜ਼ਰ ਆਇਆ ਔਰ ਜਿੱਥੇ BSF ਨੇ ਐਕਸ਼ਨ ਲਿਆ ਹੈ? ਬਿਲਕੁਲ, ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੀ ਆ BSF ਵੱਲੋਂ ਜਿਹੜਾ ਹੈ ਡਰੋਨ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵੱਲ ਦਾਖਲ ਹੁੰਦਾ ਹੈ ਤਾਂ BSF ਜਿਹੜੀ ਹੈ ਹਰਕਤ ਦੇ ਵਿੱਚ ਆ ਜਾਂਦੀ ਹੈ। ਇਸੇ ਤਰੀਕੇ ਨਾਲ ਖੇਮਕਰਨ ਦੇ ਦਾ ਜਿਹੜਾ ਸੈਕਟਰ ਦੇ ਵਿੱਚ 101 ਬਟਾਲੀਅਨ ਦੇ ਜਵਾਨਾਂ ਨੂੰ BOP ਹਰਭਜਨ ਦੇ ਵਿੱਚ ਜਿਹੜੀ ਹੈ ਹਲਚਲ ਦਿਖਾਈ ਦਿੱਤੀ, ਜਿਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਡਰੋਨ ਨਜ਼ਰਾਂਦਾ ਦਿਖਾਈ ਦਿੱਤਾ ਗਿਆ। ਜਿਸ ਤੋਂ ਬਾਅਦ ਦੇਰ ਰਾਤ ਦੀ ਘਟਨਾ ਹੈ ਜਿੱਥੋਂ BSF ਦੇ ਜਵਾਨਾਂ ਨੇ ਤੁਰੰਤ ਉਸ ਡਰੋਨ ਉੱਪਰ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਡਰੋਨ ਜਿਹੜਾ ਸੀ 5 ਮਿੰਟ ਜਿਹੜਾ ਸਰਹੱਦ ਦੇ ਉੱਪਰ ਰਿਹਾ ਤੇ ਫਾਇਰਿੰਗ ਤੋਂ ਬਾਅਦ ਜਿਹੜਾ ਡਰੋਨ ਸੀ ਪਾਕਿਸਤਾਨ ਵਾਲੇ ਪਾਸੇ ਵਾਪਸ ਚਲਾ ਗਿਆ। ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਤੀਸਰੀ ਜਾਂ ਚੌਥੀ ਘਟਨਾ ਹੈ ਕਿ ਜਿਹੜਾ 3-4 ਦਿਨਾਂ ਤੋਂ ਲਗਾਤਾਰ ਪਾਕਿਸਤਾਨ ਵਾਲੇ ਪਾਸਿਓਂ ਜਿਹੜਾ ਡਰੋਨ ਜਿਹੜਾ ਇੱਥੇ ਨਜ਼ਰ ਆ ਰਿਹਾ ਹੈ। ਹਾਲਾਂਕਿ ਪਾਕਿਸਤਾਨ ਵਾਲੇ ਪਾਸਿਓਂ ਜਿਹੜੀਆਂ ਨਾਪਾਕ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ, ਭਾਰਤ ਪਾਕਿਸਤਾਨ ਸਰਹੱਦ ਤੇ ਜਿਹੜਾ ਡਰੋਨ ਚੌਥੀ ਵਾਰ ਘਟਨਾ ਹੋਈ ਹੈ ਕਿ ਜਿਹੜਾ ਡਰੋਨ ਨਜ਼ਰ ਆ ਰਿਹਾ ਹੈ। ਜੀ ਬਿਲਕੁਲ, ਚੌਥੀ ਵਾਰ ਅਜਿਹੀ ਘਟਨਾ ਜਿਹੜੀ ਹੈਗੀ ਹੋਈ ਹੈ ਜਿਸ ਦਾ ਅਸਰ ਨਜ਼ਰ ਆ ਰਿਹਾ ਹੈ, ਕਿਤੇ ਨਾ ਕਿਤੇ ਕਾਰਵਾਈ ਵੀ ਹੋ ਰਹੀ ਹੈ, ਪਰ ਇਹ ਹਰਕਤਾਂ ਜਿਹੜੀਆਂ ਨੇ ਉਹ ਰੁਕ ਨਹੀਂ ਰਹੀਆਂ। ਬਹੁਤ ਬਹੁਤ ਸ਼ੁਕਰੀਆ
ਸਿਧਾਰਥ ਇਸ तमाम ਜਾਣਕਾਰੀ ਦੇ ਲਈ ਬੀਓਪੀ ਚਤਰਥ ਦੇ ਨੇੜੇ ਜਿਹੜਾ ਹੈਗਾ ਪੂਰੇ ਦਾ ਪੂਰੀ ਕਾਰਵਾਈ ਹੋਈ ਹੈ। ਖੇਮਕਰਨ ਸੈਕਟਰ ਦੇ ਵਿੱਚ ਡਰੋਨ ਵਿਖਾਈ ਦਿੱਤਾ ਸੀ ਔਰ ਬੀਐਸਐਫ ਨੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਹੁਣ ਸ਼ੁਰੂ ਕਰ ਦਿੱਤਾ ਹੈ। सरहद पार तो साजिशा हो ही रही ने मुल्क का माहौल खराब कर दिया, पर मुल्क के अंदर भी माहौल पंजाब के अंदर भी माहौल जिहड़ा हैगा तनावपूर्ण नजर आ रहा है। किथे बटाला दे विच बटाला दे बाजार दे विच माहौल जिहड़ा हैगा तनावपूर्ण हो गया है, क्योंकि दुकानदारां दे विवाद नूं लैके इत्थे तनाव जिहड़ा हैगा वो वधदा नजर आया। एक दुकानदार दे हक दे विच निहंग सिंह नितरे ने और निहंग सिंघां ने राह जिहड़ा हैगा टेंट ला के बंद कर दिता है। निहंग सिंह एक दुकानदार दे हक दे विच नितरे ने बटाला दे विच, और बटाला दे विच दूजे धिर ते दुकानदारां वल्लों भी लगातार जिहड़ा हैगा रोष जिहड़ा हैगा वो बरताया जा रहा है। विवाद जिहड़ा हैगा वो पक्का है। निहंग सिंघां ने टेंट ला के एक पासे दा राह जिहड़ा हैगा वो बंद करता है, दूजे धिर दे दुकानदारां वल्लों ही प्रदर्शन किया जा रहा है। पुलिस माहौल शांत कराने की कोशिश कर रही है। ते इस वेले मेरे सहयोगी बिशंबर बिट्टू फोनलाइन ते साडे नाल जुड़ रहे ने। बिशंबर, बटाला दे विच इह तनाव क्यों है? बिल्कुल जी, इसे बटाला में 16 दुकानों लैके तनाव चल रहा है। ये 16 दुकाना ने वक्फ बोर्ड दी दुकाना ने। ਇਹਦੇ ਵਿੱਚ ਜਿਹੜਾ ਦੁਕਾਨਾਂ ਦਾ ਜਿਹੜਾ ਓਨਰ ਆ ਉਹ ਦੁਕਾਨਦਾਰ ਕਹਿੰਦਾ ਜੀ ਮੈਂ ਰਜਿਸਟਰੀ ਕਰਾਈ ਹੈ, ਮੇਰਾ ਕਿਰਾਇਆ ਵਧਾਓ। ਲੜਾਈ ਬੇਸਿਕਲੀ ਕਿਰਾਏ ਨੂੰ ਵਧਾਉਣ ਨੂੰ ਲੈ ਗਿਆ। ਉਹ 16 ਦੁਕਾਨਾਂ ਦਾ ਕਿਰਾਇਆ ਜਿਹੜਾ ਪਹਿਲਾਂ ਓਨਰ ਲੈਂਦਾ ਸੀ ਉਹਦਾ ਕਹਿੰਦਾ ਮੇਰੀ ਰਜਿਸਟਰੀ ਹੈ, ਮੇਰੀ ਮਾਲਕੀ ਹੈ। ਲੇਕਿਨ ਦੂਸਰੇ ਪਾਸੇ ਜਿਹੜੇ ਦੁਕਾਨਦਾਰ ਨੇ ਉਹ ਕਹਿੰਦੇ ਜੀ ਇਹ ਦੁਕਾਨਾਂ ਵਕਫ ਬੋਰਡ ਦੀਆਂ ਕਿਰਾਇਆ ਅਸੀਂ ਵਕਫ ਬੋਰਡ ਦੇਣਾ, ਤੈਨੂੰ ਕਿਰਾਇਆ ਨਹੀਂ ਤੁਹਾਨੂੰ ਨਹੀਂ ਦੇਣਾ। ਜਿਹਨੂੰ ਚੱਲ ਕੇ ਵਿਵਾਦ ਹੋਇਆ ਦੁਕਾਨਦਾਰ ਦੇ ਹੱਕ ਵਿੱਚ ਨਿਹੰਗ ਜਥੇਬੰਦੀਆਂ ਆ ਗਈਆਂ ਨੇ। ਨਿਹੰਗ ਜਥੇਬੰਦੀਆਂ ਜਿਹੜੀਆਂ ਉਹ ਦੁਕਾਨ ਦਾ ਜਿਹੜਾ ਮਾਲਕ ਆ ਉਹਦੇ ਹੱਕ ਚ ਆਈਆਂ ਨੇ। ਜਿਹੜੇ ਦੂਜੇ ਦੁਕਾਨਦਾਰ ਨੇ ਉਹ ਦੂਸਰੇ ਆਪਣੇ ਦਸਤਾਵੇਜ਼ ਕਰਕੇ ਬੈਠ ਕੇ ਨਿਹੰਗ ਜਥੇਬੰਦੀਆਂ ਦੂਸਰੇ ਬੰਨੇ ਬਹਿ ਗਏ ਨੇ। ਉਹਨਾਂ ਦਾ ਕਹਿਣਾ ਜੀ ਦੁਕਾਨਾਂ ਵਕਫ ਬੋਰਡ ਦੀਆਂ ਨੇ, ਜਦੋਂ ਕਿ ਓਨਰ ਕਹਿ ਰਿਹਾ ਜੀ ਮੈਂ ਰਜਿਸਟਰੀ ਕਰਾਈ ਹੈ, ਮੈਂ ਇਹਨਾਂ ਦੁਕਾਨਾਂ ਦਾ ਮਾਲਕ ਆ, ਇਸ ਕਰਕੇ ਕਿਰਾਇਆ ਜਿਹੜਾ ਮੈਨੂੰ ਦਿੱਤਾ ਜਾਵੇ। ਲੇਕਿਨ ਉਹ ਕਹਿ ਰਹੇ ਜੀ ਵਕਫ ਬੋਰਡ ਦੁਕਾਨਾਂ ਇਸ ਕਰਕੇ ਕਿਰਾਇਆ ਵਕਫ ਬੋਰਡ ਨੇ ਜਮ੍ਹਾਂ ਕਰਾ, ਤੁਹਾਨੂੰ ਦੁਕਾਨ ਨਹੀਂ ਦਾ। ਇਹਦੇ ਕਰਕੇ ਦੋਨਾਂ ਧਿਰਾਂ ਜੋ ਵਾਰ ਚੱਲ ਰਿਹਾ, ਉਹ ਪੁਲਿਸ ਮੌਕੇ ਤੇ ਪਹੁੰਚੀ ਹੈ, ਵਾਰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੇਸਿਕਲੀ ਦੁਕਾਨਾਂ ਨੂੰ ਲੈ ਕੇ ਲੜਾਈ ਇਸ ਚੀਜ਼ ਦੀ ਹੈ ਵੀ ਉਹ ਕਹਿੰਦੇ ਜੀ ਦੁਕਾਨਾਂ ਪਹਿਲਾਂ ਅਸੀਂ ਵਕਫ ਬੋਰਡ ਕਰਾਉਂਦੇ, ਹੁਣ ਮਾਲਕ ਕਹਿੰਦਾ ਜੀ ਦੁਕਾਨਾਂ ਮੈਂ ਖਰੀਦ ਲਈਆਂ ਨੇ, ਰਜਿਸਟਰੀ ਮੇਰੇ ਨਾਂ ਤੇ ਮੈਨੂੰ ਕਰਾ ਦਿਓ। ਜਿਹਨੂੰ ਚੀਜ਼ ਨੂੰ ਲੈ ਕੇ ਸਾਰਾ ਵਾਰ ਚੱਲਿਆ ਹੋਇਆ ਗਗਨ ਜੀ। ਜੀ बिशंबर, दो चीज़ा जिहड़ी बड़ी क्लीयर ने। दुकानदार का दावा है, दुकान के मालक का दावा है कि मैं रजिस्ट्री कराई है, दुकाना मेरिया ने, किराया मैनू मिलना चाहिए है। ਜਿਹੜੇ ਲੋਕ ਦੁਕਾਨ ਚਲਾ ਰਹੇ ਨੇ ਉਹ ਕਹਿ ਰਹੇ ਨੇ ਕਿ ਦੁਕਾਨਾਂ ਵਕਫ ਬੋਰਡ ਦੀਆਂ ਨੇ, ਵਕਫ ਬੋਰਡ ਨੂੰ ਅਸੀਂ ਕਿਰਾਇਆ ਦਿੰਦੇ ਆਏ ਹਾਂ ਤੇ ਹੁਣ ਵਕਫ ਬੋਰਡ ਨੂੰ ਹੀ ਕਿਰਾਇਆ ਦੇਵਾਂਗੇ, ਦੁਕਾਨ ਦੇ ਮਾਲਕ ਦੀ ਕੋਈ ਭੂਮਿਕਾ ਨਹੀਂ ਹੈਗੀ। ਪਰ ਦੋਵਾਂ ਦੇ ਜਿਹੜੇ ਦਾਅਵੇ ਨੇ ਉਹਨਾਂ ਦੇ ਸਬੂਤ ਵੀ ਹੋਣੇ ਆ, ਪੁਖਤਾ ਸਬੂਤ ਹੋਣੇ ਆ। ਜੇਕਰ ਦੁਕਾਨ ਦਾ ਮਾਲਿਕ ਹੈਗਾ ਉਸਨੇ ਰਜਿਸਟਰੀ ਕਰਾਈ ਹੈ ਉਸ ਦੇ ਕੋਲ ਸਬੂਤ ਹੋਣਾ ਹੈ, ਔਰ ਜੇਕਰ ਵਕਫ ਬੋਰਡ ਦੀਆਂ ਦੁਕਾਨਾਂ ਨੇ ਤਾਂ ਵਕਫ ਬੋਰਡ ਅੱਜ ਦਾ ਤਾਂ ਬਣਿਆ ਨਹੀਂ ਹੈਗਾ, ਉਹ ਵੀ ਕਾਫੀ ਲੰਮੇ ਵਕਤ ਤੋਂ ਜਿਹੜਾ ਹੈਗਾ ਹੋਂਦ ਦੇ ਵਿੱਚ ਹੋਣਾ ਹੈ। ਉਸ ਦੇ ਕੋਲ ਵੀ ਇਹ ਦੁਕਾਨਾਂ ਕਾਫੀ ਚਿਰ ਤੋਂ ਹੋਣੀਆਂ ਨੇ, ਉਹਨਾਂ ਦੇ ਕੋਲ ਵੀ ਦਸਤਾਵੇਜ਼ ਹੋਣੇ ਆ। ਅਜਿਹੇ ਵਿੱਚ ਦਸਤਾਵੇਜ਼ੀ ਲੜਾਈ ਦੇ ਵਿਚਾਲੇ ਨਿਹੰਗ ਸਿੰਘਾਂ ਦੀ ਐਂਟਰੀ ਕਿਵੇਂ? ਜੀ ਬਿਲਕੁਲ ਜੀ, ਮੈਂ ਤਾਂ ਇਹੀ ਗੱਲ ਦੱਸਣਾ ਵੀ ਜਿਹੜਾ ਦੁਕਾਨ ਦਾ ਓਨਰ ਮਾਲਕ ਉਹ ਕਹਿੰਦਾ ਮੈਂ ਰਜਿਸਟਰੀ ਕਰਾਈ, ਮੇਰੇ ਕੋਲ ਰਜਿਸਟਰੀ ਹੈਗੀ, ਜਦੋਂ ਕਿ ਦੁਕਾਨਦਾਰ ਦਾਵਾ ਕਰਦੇ ਵੀ ਰਜਿਸਟਰੀ ਇਹਦੀ ਗਲਤ ਆ। ਜਿਹਦੇ ਕਰਕੇ ਜਿਹੜਾ ਦੁਕਾਨਦਾਰ ਮਾਲਕ ਆ ਉਹਦੇ ਸਪੋਰਟ ਵਿੱਚ ਨਿਹੰਗ ਜਥੇਬੰਦੀਆਂ ਉੱਥੇ ਆਈਆਂ ਨੇ, ਕਿਉਂਕਿ ਦੁਕਾਨਦਾਰ ਦਾ ਮਾਲਕ ਨਹੀਂ, ਨਿਹੰਗ ਜਥੇਬੰਦੀਆਂ ਉਹਦੀ ਸਪੋਰਟ 'ਚ ਆ ਕੇ ਉੱਥੇ ਧਰਨਾ ਦੇ ਰਹੀਆਂ ਨੇ। ਜਦੋਂ ਕਿ ਦੁਕਾਨਦਾਰ ਖੁਦ ਦੂਜੇ ਬੰਨੇ ਰਸਤਾ ਬੰਦ ਕਰਕੇ ਉਹ ਵੀ ਬੈਠ ਗਏ। ਉਹ ਕਹਿੰਦੇ ਵੀ ਸਾਡੇ ਨਾਲ ਧੱਕਾ, ਸਾਡੀ ਰੋਜੀ ਰੋਟੀ ਜਾਰੀ, ਕਿਉਂਕਿ ਕਿਰਾਇਆ ਵਧਾਉਣ ਨੂੰ ਲੈ ਕੇ ਲੜਾਈ ਵਧੀ ਹੈ, ਕਿਉਂਕਿ ਉਹ ਕਹਿੰਦੇ ਸੀ ਵੀ ਵਕਫ ਬੋਰਡ ਨੂੰ ਕਿਰਾਇਆ ਉਹਨਾਂ ਦਾ ਘੱਟ ਜਾਂਦਾ ਸੀ। ਲੇਕਿਨ ਜਿਹੜਾ ਦੁਕਾਨਦਾਰ ਦਾ ਮਾਲਕ ਆ ਉਹ ਕਹਿੰਦਾ ਜੀ ਸ਼ਾਇਦ ਇੱਕ ਪਰਸੀ ਦੁਕਾਨ ਕਿਰਾਇਆ ਵਧਾਉਣਾ ਚਾਹੁੰਦਾ, ਜਿਹਨੂੰ ਚੱਲ ਕੇ ਸਾਰਾ ਵਾਦ ਵਧਿਆ, ਜਿਹਦੇ ਕਰਕੇ ਸਾਰਾ ਵਾਦ ਵੱਧ ਰਿਹਾ। ਔਰ ਪੁਲਿਸ ਪ੍ਰਸ਼ਾਸਨ ਉਹਦੇ ਮੌਕੇ ਤੇ ਪਹੁੰਚਿਆ, ਉਹਨਾਂ ਦੋਨਾਂ ਪਾਰਟੀਆਂ ਨੂੰ ਡਾਕੂਮੈਂਟ ਲੈ ਕੇ ਆਉਣ ਨੂੰ ਕਿਹਾ ਆ, ਔਰ ਉਹ ਮਸਲਾ ਸੁਝਾਉਣ ਦੀ ਕੋਸ਼ਿਸ਼ ਕਰ ਰਹੇ। ਜਿਹੜੇ ਉਹਦੇ ਅਧਿਕਾਰੀ ਨੇ ਉੱਥੇ ਪਹੁੰਚ ਚੁੱਕੇ ਨੇ, ਉਹਨਾਂ ਨੇ ਕਹਿਣਾ ਕਿ ਇਹ ਦੇਖ ਰਿਹਾ ਵੀ ਰਜਿਸਟਰੀ ਜੋ ਕਹਿ ਰਿਹਾ ਮੈਂ ਦਾਅਵਾ ਕਰ ਰਿਹਾ। ਕਿਰਾਇਆ ਜਾਂਦਾ ਸੀ ਔਰ ਹੁਣ ਵਧਾਉਣ ਦੀ ਕਿੰਨੀ ਮੰਗ ਕੀਤੀ ਜਾ ਰਹੀ ਹੈ? ਜੀ ਦੁਕਾਨਦਾਰਾਂ ਦਾ ਜੋ ਮਾਲਕ ਦਾ ਕਹਿਣਾ ਵੀ 6000 ਰੁਪਏ ਦੀ ਦੁਕਾਨ ਕਿਰਾਇਆ ਕੀਤਾ ਜਾਵੇ, ਜਦੋਂ ਕਿ ਉਹ ਕਹਿੰਦੇ ਜੀ ਵਕਫ ਬੋਰਡ ਨੂੰ ਅਸੀਂ ਕੁਝ ਕਿਰਾਇਆ ਥੋੜਾ ਦਿੰਦੇ ਸੀ, ਜਿਹੜਾ ਕਿ ਥੋੜਾ ਅੱਧੇ ਤੋਂ ਵੀ ਘੱਟ ਸੀ, ਜਿਸ ਕਰਕੇ ਉਹ ਕਿਰਾਇਆ ਵਧਾਉਣ ਨੂੰ ਲੈ ਕੇ ਵਾਰ ਚੱਲਿਆ। ਕਿਉਂਕਿ ਜੋ ਵਕਫ ਬੋਰਡ ਤੁਹਾਨੂੰ ਪਤਾ ਉਹ ਸਰਕਾਰੀ ਤੌਰ ਤੇ ਕਿਰਾਇਆ ਉਹਨਾਂ ਦਾ ਘੱਟ ਹੁੰਦਾ, ਜਦੋਂ ਕਿ ਓਨਰ ਦੁਕਾਨ ਖਰੀਦਦਾ, ਜਦੋਂ ਉਹਨੇ ਜੇ ਖਰੀਦੀ ਹੈ ਦੁਕਾਨ ਰਜਿਸਟਰੀ ਕਰਾਈ ਹੈ ਤੇ ਉਹਨਾਂ ਨੇ ਵੀ ਕੋਈ ਨਾ ਕੋਈ ਫੀਸ ਵਗੈਰਾ ਤਾਰੀ ਹੋਈ, ਇਸ ਕਰਕੇ ਉਹ ਕਹਿੰਦੇ ਜੀ ਦੁਕਾਨ ਦਾ ਕਿਰਾਇਆ ਵਧਾਇਆ ਜਾਵੇ, ਜਿਹਨੂੰ ਲੈ ਕੇ ਸਾਰਾ ਇਹ ਵਿਵਾਦ ਗਰਮਾਇਆ। ਜੀ ਬਹੁਤ ਬਹੁਤ ਸ਼ੁਕਰੀਆ ਬਿਸ਼ੰਬਰ ਇਸ तमाम ਜਾਣਕਾਰੀ ਦੇ ਲਈ। ਤੇ ਵਿਵਾਦ ਜਿਹੜਾ ਹੈਗਾ ਉਹ ਇਸ ਗੱਲ ਨੂੰ ਲੈ ਕੇ ਹੈ ਕਿ ਵਕਫ ਬੋਰਡ ਦੀਆਂ ਦੁਕਾਨਾਂ ਸੀਗੀਆਂ, ਪਹਿਲਾਂ ਉਹਨਾਂ ਨੂੰ ਵਕਫ ਬੋਰਡ ਨੂੰ ਕਿਰਾਇਆ ਦੇ ਰਹੇ ਸੀਗੇ ਦੁਕਾਨਦਾਰ। ਹੁਣ ਇੱਕ ਸ਼ਖਸ ਸਾਹਮਣੇ ਆਂਦਾ ਹੈ ਜਿਹੜਾ ਕਹਿੰਦਾ ਕਿ ਮੈਂ ਦੁਕਾਨਾਂ ਖਰੀਦੀਆਂ ਨੇ, ਮੇਰੇ ਕੋਲ ਮਿਲਕੀਅਤ ਹੈ ਦੁਕਾਨਾਂ ਦੀ, ਤੇ ਦੁਕਾਨਾਂ ਦਾ ਕਿਰਾਇਆ ਵਧਾਇਆ ਜਾਣਾ ਚਾਹੀਦਾ ਕਿਉਂਕਿ ਸਰਕਾਰੀ ਕਿਰਾਇਆ ਕਾਫੀ ਘੱਟ ਹੈ। ਔਰ ਜਿਹੜਾ ਵਧਾਇਆ ਜਾਣ ਵਾਲੀ ਗੱਲ ਹੈ, ਵਾਧੇ ਦੀ ਗੱਲ ਹੈ, ਉਹ ਜਿਸ ਤਰੀਕੇ ਬਿਸ਼ੰਬਰ ਦੱਸ ਰਹੇ ਸੀਗੇ ਕਿ ਪਹਿਲਾਂ ਅੱਧੇ ਤੋਂ ਵੀ ਘੱਟ ਕਿਰਾਇਆ ਸੀਗਾ, ਯਾਨੀ ਦੁੱਗਣੇ ਤੋਂ ਵੀ ਵੱਧ ਜਿਹੜਾ ਹੈਗਾ ਵਾਧੇ ਦੀ ਗੱਲ ਕੀਤੀ ਜਾ ਰਹੀ ਹੈ। ਇਸੇ ਗੱਲ ਨੂੰ ਲੈ ਕੇ ਵਿਵਾਦ ਹੈ, ਕਿਰਾਏ ਵਧਾਉਣ ਨੂੰ ਲੈ ਕੇ। ਔਰ ਉਸ ਸਭ ਦੇ ਵਿਚਾਲੇ ਦੁਕਾਨ ਦੇ ਮਾਲਕ ਦੇ ਹੱਕ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨਿਤਰ ਰਹੀਆਂ ਨੇ, ਜਿਨ੍ਹਾਂ ਨੇ ਰੋਡ ਬਲੌਕ ਕਰ ਦਿੱਤਾ। ਹੁਣ ਪ੍ਰਸ਼ਾਸਨ ਜਿਹੜਾ ਹੈਗਾ ਰਾਹ ਖੁਲਵਾਉਣ ਦੀ ਕੋਸ਼ਿਸ਼ ਪਹਿਲਾਂ ਕਰ ਰਿਹਾ ਹੈ, ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਉਧਰ ਪਾਬੰਦੀ ਦੇ ਬਾਵਜੂਦ ਵੀ ਹੁੱਕੇ ਦਾ ਧੂਆਂ ਉੜਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਔਰ ਇਹ ਸਭ ਕੁਝ ਹੋ ਰਿਹਾ ਹੈ ਸਿਫਤੀ ਦੇ ਘਰ ਦੇ ਵਿੱਚ, ਧਾਰਮਿਕ ਥਾਂ ਤੇ ਸਭ ਕੁਝ ਹੋ ਰਿਹਾ ਅੰਮ੍ਰਿਤਸਰ ਦੇ ਵਿੱਚ। ਹੁੱਕਾ ਬਾਰ ਤੇ ਪੁਲਿਸ ਦੀ ਰੇਡ ਹੋਈ ਹੈ ਅੰਮ੍ਰਿਤਸਰ ਦੇ ਵਿੱਚ। ਪਾਬੰਦੀ ਦੇ ਬਾਵਜੂਦ ਹੁੱਕੇ ਦਾ ਧੂਆਂ ਉੜਦਾ ਨਜ਼ਰ ਆ ਰਿਹਾ ਸੀਗਾ ਅੰਮ੍ਰਿਤਸਰ ਦੇ ਵਿੱਚ। ਹੁੱਕਾ ਬਾਰ ਤੇ ਪੁਲਿਸ ਨੇ ਰੇਡ ਕੀਤੀ ਹੈ। ਰਣਜੀਤ ਐਵੇਨਿਊ ਪੋਸ਼ ਏਰੀਆ, ਉੱਥੇ ਇੱਕ ਰੈਸਟੋਰੈਂਟ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਔਰ ਉੱਥੇ ਜਿਸ ਤਰੀਕੇ ਲਾਈਵ ਰੇਡ ਕੀਤੀ ਪੁਲਿਸ ਨੇ, ਨਜਾਇਜ਼ ਤੌਰ ਤੇ ਚੱਲ ਰਿਹਾ ਸੀ ਉੱਥੇ ਹੁੱਕਾ ਬਾਰ। ਅੰਮ੍ਰਿਤਸਰ ਦਾ ਸਭ ਤੋਂ ਪੌਸ਼ ਇਲਾਕਾ ਰਣਜੀਤ ਐਵੇਨਿਊ ਹੈ। ਰੈਸਟੋਰੈਂਟ ਦੇ ਮਾਲਿਕ, ਮੈਨੇਜਰ ਤੇ ਕਰਿੰਦਾ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਏ ਗਏ ਤੇ ਪੁਲਿਸ ਜਿਹੜੀ ਹੈਗੀ ਹੈ ਲਾਈਵ ਰੇਡ ਕਰਦੀ ਹੋਈ ਜਿਸ ਅੰਦਾਜ਼ ਦੇ ਵਿੱਚ, ਤੁਹਾਨੂੰ ਯਾਦ ਹੋਏਗਾ ਤਕਰੀਬਨ ਇਸੇ ਅੰਦਾਜ਼ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਵੀਡੀਓ ਆਇਆ ਸੀਗਾ ਜਿੱਥੇ ਉਸਨੇ ਜੂਆ ਖੇਡ ਰਹੇ ਲੋਕਾਂ ਨੂੰ ਜਿਹੜਾ ਹੈਗਾ ਫੜਿਆ ਸੀਗਾ, ਸੱਟਾ ਖੇਡ ਰਹੇ ਲੋਕਾਂ ਨੂੰ ਫੜਿਆ ਸੀ। कैमरा लेके पुलिस दाखिल होती है, पहला वीडियो बनाती है और उस तो बाद अरेस्ट करना लोगों को शुरू कर दी है। इस तो पहला लुधियाना तो भी इस तरीके का वीडियो आया सी जिथे पुलिस ने एक पार्टी ते रेड की सी ते हुण हुक्का बार ते रेड की है पुलिस ने, लाइव रेड। पहला उसका वीडियो सामने है और कित्थे किवें ये रेड हुई है, कितने बजे रेड हुई है, की कुछ बरामदगी हुई है। राजीव मेरे सहयोगी मेरे नाल इस वेले फोन लाइन ते जुड़ रहे ने। राजीव, हुक्का बार ते रेड रणजीत एवेन्यू दे विच की जानकारी मिल पा रही है? ਜ਼ਿਕਰ ਕੀਤਾ ਕਿ ਕੁਝ ਦਿਨ ਪਹਿਲਾਂ ਜੋ ਜੂਏ ਦੇ ਇੱਕ ਅੱਡੇ ਤੇ ਰੇਡ ਕੀਤੀ ਗਈ ਸੀ ਔਰ ਇਸੇ ਅੰਦਾਜ਼ ਦੇ ਵਿੱਚ ਰੇਡ ਕੀਤੀ ਗਈ ਸੀ, ਤਾਂ ਇਹ ਉਹੀ ਪੁਲਿਸ ਅਧਿਕਾਰੀ ਨੇ ਅੰਮ੍ਰਿਤਸਰ ਦੇ ਜੋ ਏਸੀਪੀ ਨੇ ਨਾਰਥ ਦੇ ਵਰਿੰਦਰ ਖੋਸਾ, ਉਹਨਾਂ ਦੀ ਰਹਿਨੁਮਾਈ ਦੇ ਹੇਠ ਹੀ ਇਹ ਕੱਲ ਰੇਡ ਕੀਤੀ ਗਈ ਔਰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਯੂਰਪੀਅਨ ਨਾਈਟ ਨਾਮ ਦਾ ਰੈਸਟੋਰੈਂਟ ਜਿਸ ਦੇ ਅੰਦਰ ਸ਼ਰੇਆਮ ਜੋ ਪਾਬੰਦੀ ਦੇ ਬਾਵਜੂਦ ਹੁੱਕਾ ਜਿਹੜਾ ਉਹ ਸਰਵ ਕੀਤਾ ਜਾ ਰਿਹਾ ਸੀ। ਔਰ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਰਾਤ ਵੇਲੇ ਕਿਸ ਤਰੀਕੇ ਦੇ ਨਾਲ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਇਸ ਹੁੱਕੇ ਦਾ ਇਸਤੇਮਾਲ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਤਾਂ ਵਰਿੰਦਰ ਖੋਸਾ ਲਗਾਤਾਰ ਆਪਣੇ ਇਲਾਕੇ ਦੇ ਵਿੱਚ ਸਰਗਰਮ ਨੇ। ਬੀਤੇ ਦਿਨੀ ਵੀ ਕਈ ਥਾਵਾਂ ਤੇ ਜਿਹੜੀ ਹੁੱਕਾ ਬਾਰਾਂ ਇਸ ਤਰੀਕੇ ਦੇ ਨਾਲ ਚੱਲ ਰਹੀਆਂ ਸੀ, ਉਹਨਾਂ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਗਈ। ਔਰ ਜਿਸ ਤਰ੍ਹਾਂ ਤਿਉਹਾਰਾਂ ਦਾ ਸੀਜ਼ਨ ਹੈ, ਦੀਵਾਲੀ ਤੇ ਅਕਸਰ ਲੋਕ ਜਿਹੜਾ ਇਸ ਤਰੀਕੇ ਦੇ ਨਾਲ ਪਾਰਟੀਆਂ ਕਰਦੇ ਨੇ, ਤਾਂ ਪਾਰਟੀਆਂ ਦੇ ਵਿੱਚ ਖਲਲ ਪਾਉਣ ਦਾ ਕੰਮ ਪੁਲਿਸ ਦਾ ਨਹੀਂ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਜੋ ਦਾਇਰਾ ਹੈ ਉਸ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਇੰਜੋਏ ਆਪਣਾ ਪਾਰਟੀ ਜਾਂ ਜੋ ਵੀ ਸੱਜਣ ਮਿੱਤਰ ਜਿਹੜੇ ਇੱਕ ਜਗ੍ਹਾ ਤੇ ਜੇਕਰ ਇਕੱਤਰ ਹੁੰਦੇ ਨੇ ਤਾਂ ਹੋ ਸਕਦੇ ਨੇ ਉਸ ਦੇ ਵਿੱਚ ਪੁਲਿਸ ਨੂੰ ਕੋਈ ਪਾਬੰਦੀ ਦੇ ਬਾਵਜੂਦ ਕੋਈ ਦਿੱਕਤ ਨਹੀਂ ਹੈ। ਪਰ ਜਿਹੜੀਆਂ ਚੀਜ਼ਾਂ ਪਾਬੰਦੀਸ਼ੁਦਾ ਨੇ, ਚਾਹੇ ਉਹ ਜੂਆ ਹੈ, ਭਾਵੇਂ ਉਹ ਜੇਕਰ ਸ਼ਰਾਬ ਗੱਡੀਆਂ ਦੇ ਵਿੱਚ ਸਰਵ ਕੀਤੀ ਜਾਂਦੀ ਹੈ। ਬੀਤੇ ਦਿਨੀ ਇੱਕ ਐਸੇ ਰੈਸਟੋਰੈਂਟ ਤੇ ਵੀ ਕਾਰਵਾਈ ਕੀਤੀ ਗਈ ਜੀ ਜਿਸ ਵੱਲੋਂ ਜਿਹੜੀ ਦਾਰੂ ਹੈ ਉਹ ਗੱਡੀਆਂ ਦੇ ਵਿੱਚ ਸਰਵ ਕੀਤੀ ਜਾਂਦੀ ਸੀ। ਤਾਂ ਲਗਾਤਾਰ ਇਹ ਇੱਕ ਮੁਹਿੰਮ ਜਿਹੜੀ ਹੈ ਉਹ ਇਸ ਇਲਾਕੇ ਦੇ ਵਿੱਚ ਚਲਾਈ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਜਿਹੜੇ ਰੈਸਟੋਰੈਂਟਾਂ ਦੇ ਵਿੱਚ ਜਾਂ ਜਿਸ ਤਰੀਕੇ ਦੇ ਨਾਲ ਹੋਟਲਾਂ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਜਿਹੜੇ ਕੰਮ ਕੀਤੇ ਜਾਂਦੇ ਨੇ, ਉਸ ਤੋਂ ਬਾਅਦ ਉਹ ਕਿਤੇ ਨਾ ਕਿਤੇ ਕ੍ਰਾਈਮ ਦਾ ਵੀ ਕਾਰਨ ਬਣਦੇ ਨੇ। ਤਾਂ ਇਸੇ ਕਰਕੇ ਇੱਕ ਮੁਹਿੰਮ ਦੇ ਤਹਿਤ ਕੱਲ ਰਾਤ ਵੀ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਯੂਰਪੀਅਨ ਨਾਈਟ ਜਿਹੜਾ ਰੈਸਟੋਰੈਂਟ ਹੈ ਉਸ ਦੇ ਅੰਦਰ ਪੁਲਿਸ ਦੀ ਦਬਿਸ਼ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ ਔਰ ਪੁਲਿਸ ਲਗਾਤਾਰ ਇਸ ਤਰੀਕੇ ਦੇ ਨਾਲ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਫਿਲਮੀ ਅੰਦਾਜ਼ ਦੇ ਵਿੱਚ ਏਸੀਪੀ ਉੱਥੇ ਪਹੁੰਚਦੇ ਨੇ, ਉਹਨਾਂ ਦੀ ਪੂਰੀ ਟੀਮ ਉੱਥੇ ਪਹੁੰਚਦੀ ਹੈ ਔਰ ਮੌਕੇ ਤੇ ਹੀ ਇਹ ਜਿਹੜੇ ਸਾਰੇ ਹੁੱਕੇ ਨੇ ਉਹ ਰਿਕਵਰ ਕੀਤੇ ਜਾਂਦੇ ਨੇ ਔਰ ਮੌਕੇ ਤੇ ਹੀ ਰੈਸਟੋਰੈਂਟ ਦਾ ਜਿਹੜਾ ਮਾਲਿਕ ਹੈ ਔਰ ਹੋਰ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ। ਜੀ ਬਿਲਕੁਲ ਬਿਲਕੁਲ ਰਾਜੀਵ, ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ। ਰਾਜੀਵ, ਇੱਕ ਸਵਾਲ ਹੋਰ, ਨਸ਼ੇ ਤੇ ਠੱਲ ਪਾਉਣ ਦੀ ਕੋਸ਼ਿਸ਼ ਦਾ ਦਾਵਾ ਪੰਜਾਬ ਸਰਕਾਰ ਵੀ ਕਰਦੀ ਹੈ, ਪ੍ਰਸ਼ਾਸਨ ਵੀ ਕਰਦਾ ਹੈ। ਇਹ ਸਾਰੀ ਰੇਟ ਜਿਸ ਏਰੀਆ ਦੇ ਵਿੱਚ ਹੋਈਆਂ ਨੇ, ਜਿਸ ਥਾਂ ਤੇ ਹੋਈਆਂ ਨੇ, ਜਿਸ ਤਰੀਕੇ ਹੋਈਆਂ ਨੇ, ਕਿਤੇ ਨਾ ਕਿਤੇ ਇਹ ਪ੍ਰੋਰੋਗੇਟਿਵ ਵੀ ਹੋ ਸਕਦਾ ਹੈ ਪੰਜਾਬ ਪੁਲਿਸ ਦਾ ਕਿ ਜੇਕਰ ਕਿਤੇ ਹਿਡਨ ਤਰੀਕੇ ਨਾਲ, ਲੁਕੇ ਹੋਏ ਤਰੀਕੇ ਦੇ ਨਾਲ ਕਿਤੇ ਨਸ਼ਾ ਤਾਂ ਨਹੀਂ ਪਰੋਸਿਆ ਜਾ ਰਿਹਾ, ਇਸ ਦੀ ਜਾਂਚ ਵੀ ਜਿਹੜਾ ਹੈਗਾ ਉਹ ਨਾਲ ਕਰਨੀ ਜਾਵੇ। ਰਾਜੀ, ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਿਹੜੇ ਹੁੱਕਾ ਬਾਰਾਂ ਦੇ ਵਿੱਚ ਹੁੱਕੇ ਪਿਆਏ ਜਾਂਦੇ ਨੇ, ਹੁੱਕੇ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਐਸੀਆਂ ਵੈਰਾਈਟੀਜ਼ ਨੇ, ਕਈ ਤਰ੍ਹਾਂ ਦੇ ਐਸੇ ਕੈਮੀਕਲ ਨੇ ਜਿਨ੍ਹਾਂ ਨੂੰ ਕਿ ਇੰਡੀਆ ਦੇ ਵਿੱਚ ਬੈਨ ਕੀਤਾ ਹੋਇਆ, ਪਰ ਗਲਤ ਢੰਗ ਦੇ ਨਾਲ ਉਹ ਪਹੁੰਚਦੇ ਵੀ ਨੇ। ਪਰ ਜਿੱਥੋਂ ਤੱਕ ਚਿੱਟੇ ਦਾ ਜਾਂ ਟੀਕਿਆਂ ਦਾ ਸਵਾਲ ਹੈ ਕਿ ਆਮ ਜਿਹੜੇ ਛੋਟੇ ਤਬਕੇ ਦੇ ਨਾਲ ਸੰਬੰਧਿਤ ਲੋਕ ਨੇ ਉਹ ਸੜਕਾਂ ਤੇ ਸਾਨੂੰ ਨਜ਼ਰ ਆ ਜਾਂਦੇ ਨੇ, ਪਰ ਇਹ ਅਸੀਂ ਜਿਹਨੂੰ ਹਾਈ ਸੋਸਾਇਟੀ ਕਹਿ ਦਿੰਦੇ ਆ ਜਾਂ ਸ਼ਹਿਰ ਦੀ ਜਿਹੜੀ ਕ੍ਰੀਮ ਅਸੀਂ ਕਹਿ ਦਿੰਦੇ ਕਿ ਉਹ ਲੋਕ ਇਹਨਾਂ ਮਹਿੰਗੇ ਰੈਸਟੋਰੈਂਟਾਂ ਦੇ ਵਿੱਚ ਪਹੁੰਚਦੇ ਨੇ ਔਰ ਸ਼ਰੇਆਮ ਉਹਨਾਂ ਨੂੰ ਉੱਥੇ ਨਸ਼ਾ ਪਰੋਸਿਆ ਜਾਂਦਾ ਔਰ ਉਸ ਦੇ ਲਈ ਮੋਟੇ ਪੈਸੇ ਵੀ ਲਏ ਜਾਂਦੇ ਨੇ, ਪਰ ਇਹਨਾਂ ਲੋਕਾਂ ਤੇ ਕਿਸੇ ਦੀ ਨਜ਼ਰ ਨਹੀਂ ਜਾਂਦੀ। ਇਸ ਨੂੰ ਲੋਕ ਸੁਸਾਇਟੀ ਦਾ ਇੱਕ ਹਿੱਸਾ ਮੰਨਦੇ ਨੇ, ਭਾਵੇਂ ਉਹ ਜੇਕਰ ਜੂਏ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਾਡੇ ਸਮਾਜ ਦਾ ਇੱਕ ਤਬਕਾ ਉਹਨਾਂ ਦੀ ਤਰਫਦਾਰੀ ਕਰਦਾ। ਤਾਂ ਇਸੇ ਤਰ੍ਹਾਂ ਲੋਕ ਇਸ ਨੂੰ ਆਪਣਾ ਸ਼ੌਂਕ ਮੰਨਦੇ ਨੇ, ਪਰ ਇਹ ਸ਼ੌਂਕ ਹੌਲੀ ਹੌਲੀ
ਕਦੋਂ ਇੱਕ ਇਸ ਤਰੀਕੇ ਦੇ ਨਾਲ ਇੱਕ ਹੁੰਦਾ ਕਿ ਕਈ ਘਰਾਂ ਦੇ ਘਰ ਇਹ ਨਸ਼ੇ ਜਿਹੜੇ ਨੇ ਉਹ ਤਬਾਹ ਕਰ ਚੁੱਕੇ ਨੇ, ਔਰ ਇਹਨਾਂ ਦੀਆਂ ਕਈ ਮਿਸਾਲਾਂ ਜਿਹੜੀਆਂ ਨੇ ਉਹ ਪੂਰੇ ਅਸੀਂ ਜੇਕਰ ਪੰਜਾਬ 'ਚ ਕਈ ਜਾਂ ਦੇਸ਼ ਦੇ ਵਿੱਚ ਅੱਜ ਵੀ ਮਿਲ ਜਾਂਦੀਆਂ ਨੇ। ਪਰ ਲੋਕ ਸ਼ਾਇਦ ਇਸ ਤੋਂ ਕਿਉਂ ਇਸ ਚੀਜ਼ ਨੂੰ ਨਹੀਂ ਸਮਝਦੇ। ਪੁਲਿਸ ਨੂੰ ਜਦੋਂ ਸਖਤੀ ਕਰਨੀ ਪੈਂਦੀ ਹੈ ਤਾਂ ਬਿਲਕੁਲ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਸਵਾਲ ਹੈ ਕਿ ਇਹ ਸ਼ੌਕ ਨਹੀਂ ਹੈਗਾ, ਇਹ ਸ਼ੌਕ ਨਹੀਂ ਹੈਗਾ, ਇਹ ਖਤਮ ਕਰਨ ਦੀ ਜਿਹੜੀ ਆਪਣੇ ਆਪ ਨੂੰ ਖਤਮ ਕਰਨ ਦੀ ਇੱਕ ਤਸਵੀਰ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਹੈ। ਔਰ ਇਹ ਸ਼ੁਰੂਆਤ ਜਿਹੜਾ ਹੈਗਾ ਖਤਮ ਕਿੱਥੇ ਜਾ ਕੇ ਹੁੰਦੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਬਿਹਤਰ ਤਰੀਕੇ ਸਮਝਿਆ। ਇਸ ਦਾ ਬਹੁਤ ਬਹੁਤ ਸ਼ੁਕਰੀਆ ਰਾਜੀਵ ਇਸ ਤਮਾਮ ਜਾਣਕਾਰੀ ਦੇ ਲਈ। ਅੰਮ੍ਰਿਤਸਰ ਦੇ ਵਿੱਚ ਲਾਈਵ ਰੇਡ ਕੀਤੀ ਹੈ ਪੁਲਿਸ ਨੇ ਹੁੱਕਾ ਬਾਰ ਦੇ ਉੱਤੇ ਰਣਜੀਤ ਐਵਨਿਊ ਦੇ ਵਿੱਚ। ਜਿਸ ਤਰੀਕੇ ਮੇਰੇ ਸਹਿਯੋਗੀ ਰਾਜੀਵ ਦੱਸ ਰਹੇ ਸੀਗੇ, ਸਿੱਧੇ ਤੌਰ ਤੇ ਪੁਲਿਸ ਜਿਹੜਾ ਹੈਗਾ ਦਾਖਲ ਹੁੰਦੀ ਹੈ ਔਰ ਉੱਥੋਂ ਹੁੱਕਾ ਬਾਰ ਤੋਂ ਸਮਾਨ ਵੀ ਜ਼ਬਤ ਕੀਤਾ ਗਿਆ, ਜਿਹੜੇ ਮਾਲਕ ਸੀਗੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। उधर संगरूर दे विच वड्डा सड़क हादसा वापरिया। सुनाम रोड ते पीआरटीसी दी मिनी बस पलट गई, 8 सवारियां जख्मी होईयां ने। जानी नुकसान तो हालांकि बचा रहा है, ब्रेक फेल होने कारण यह हादसा वापरिया। बेकाबू होकर बस पलट गई। संगरूर तो सुनाम जा रही सी यह बस, सवेरे 6:30 बजे हादसा वापर गया और सवारियां का इल्जाम है कि ब्रेक फेल होने के बावजूद ड्राइवर बस नूं तेज चला रहा सी, जिस करके बस जिहड़ा हैगा पलट गई। ਚਰਨਜੀਤ ਕੌਸ਼ਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੇਰੇ ਨਾਲ ਜੁੜ ਰਹੇ ਨੇ ਇਸ ਵੇਲੇ। ਚਰਨਜੀਤ, ਬੱਸ ਪਲਟੀ ਹੈ, ਸਵਾਰੀਆਂ ਦਾ ਇਲਜ਼ਾਮ ਤੇਜ਼ ਰਫ਼ਤਾਰ ਸੀਗੀ, ਬ੍ਰੇਕ ਫੇਲ ਹੋਈਆਂ ਪਰ ਉਸ ਤੋਂ ਬਾਅਦ ਵੀ ਰਫ਼ਤਾਰ ਨਹੀਂ ਘਟਾਈ ਔਰ ਇਸ ਕਰਕੇ ਹਾਦਸਾ ਵਾਪਰਿਆ। ਕੀ ਜਾਣਕਾਰੀ ਮਿਲ ਪਾ ਰਹੀ? ਬਿਲਕੁਲ ਗਗਨ, ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਤਕਰੀਬਨ 6:30 ਵਜੇ ਦਾ ਜਿਹੜਾ ਹਾਦਸਾ ਦੱਸਿਆ ਜਾ ਰਿਹਾ ਸੰਗਰੂਰ ਤੋਂ ਸੁਨਾਮ ਰੋਡ ਦੇ ਉੱਪਰ ਜਿਹੜਾ ਹਾਦਸਾ ਹੋਇਆ। ਹਾਦਸੇ ਦੇ ਵਿੱਚ 8 ਲੋਕ ਜ਼ਖਮੀ ਹੋ ਗਏ ਤੇ ਜਿਹੜੇ ਲੋਕ ਗੱਡੀ ਦੇ ਵਿੱਚ ਮੌਜੂਦ ਸੀ, ਬੱਸ ਦੇ ਵਿੱਚ ਮੌਜੂਦ ਸੀ, ਸਵਾਰੀਆਂ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਨੇ ਡਰਾਈਵਰ ਦੇ ਉੱਪਰ ਕਿ ਬੱਸ ਦੇ ਜਿਹੜੇ ਬ੍ਰੇਕ ਫੇਲ ਸੀ, ਬੱਸ 'ਚ ਤਕਨੀਕੀ ਖਰਾਬੀ ਸੀ, ਬੱਸ ਦੇ ਜਿਹੜੇ ਬ੍ਰੇਕ ਨੇ ਪੂਰੇ ਸਹੀ ਕੰਮ ਨਹੀਂ ਕਰ ਰਹੇ ਸੀ, ਜਿਸ ਦੇ ਕਾਰਨ ਬੱਸ ਦਾ ਸੰਤੁਲਨ ਵਿਗੜਿਆ। ਉਸ ਦੇ ਬਾਵਜੂਦ ਬੱਸ ਨੂੰ ਡਰਾਈਵਰ ਨੇ ਓਵਰਟੇਕ ਕੀਤਾ ਕਿਸੇ ਸਾਧਨ ਨੂੰ ਤੇ ਜਿੱਥੇ ਜਿਹੜਾ ਸੰਤੁਲਨ ਵਿਗੜਿਆ, ਜਿਹੜਾ ਹਾਦਸਾ ਵਿਗੜਿਆ। ਪਰ ਉਹ ਜਿਹੜਾ ਬੱਸ ਦਾ ਡਰਾਈਵਰ ਸੀ ਜਾਂ ਇੱਕ ਸਾਡਾ ਪੀਆਰਟੀਸੀ ਮੁਲਾਜ਼ਮ ਸੀ, ਉਹਨਾਂ ਨੇ ਕਿਹਾ ਕਿ ਨਹੀਂ, ਇਹ ਕੋਈ ਤਕਨੀਕੀ ਖਰਾਬੀ ਆ, ਬੱਸ ਦੀ ਜਿਹੜੀ ਕਮਾਣੀ ਹੁੰਦੀ ਹੈ, ਕਮਾਣੀ ਦਾ ਪਟਾ ਟੁੱਟਿਆ। ਇੱਕ ਵੱਡਾ ਜਾਂਚ ਦਾ ਵਿਸ਼ਾ ਹੈਗਾ, ਪਰ ਫਿਰ ਵੀ ਆਪਾਂ ਗੱਲ ਕਰੀਏ ਤਾਂ ਜਿਵੇਂ ਸਵਾਰੀਆਂ ਨੇ ਇਲਜ਼ਾਮ ਲਗਾਏ ਨੇ ਕਿ ਜਦੋਂ ਬੱਸ ਦੇ ਬ੍ਰੇਕ ਫੇਲ ਨੇ, ਬੱਸ ਦੇ ਬ੍ਰੇਕ ਘੱਟ ਕੰਮ ਕਰ ਰਹੇ ਨੇ, ਤਾਂ ਉਸ ਤੋਂ ਬਾਅਦ ਵੀ ਅਗਰ ਆਪਾਂ ਬੱਸ ਨੂੰ ਚਲਾਉਂਦੇ ਹਾਂ, ਤੇਜ਼ ਸਪੀਡ ਚਲਾਉਂਦੇ ਹਾਂ, ਤਾਂ ਇੱਕ ਵੱਡੀ ਲਾਪਰਵਾਹੀ ਆਪਾਂ ਕਹਿ ਸਕਦੇ ਹਾਂ ਬੱਸ ਡਰਾਈਵਰ ਦੀ ਜਾਂ ਮਹਿਕਮੇ ਦੀ। ਪਰ ਕਿਤੇ ਨਾ ਕਿਤੇ ਕੈਮਰੇ ਦੇ ਅੱਗੇ ਉਹਨਾਂ ਨੇ ਆਪਣੇ ਬਿਆਨ ਜ਼ਰੂਰ ਬਦਲੇ ਨੇ। ਉਹਨਾਂ ਨੇ ਕਿਹਾ ਕਿ ਬੱਸ ਦੀ ਕਮਾਣੀ ਦਾ ਪਟਾ ਟੁੱਟਿਆ, ਜਿਹਦੇ ਕਾਰਨ ਇਹ ਹਾਦਸਾ ਵਾਪਰਿਆ। ਪਰ ਇੱਕ ਵੱਡੀ ਜਾਂਚ ਤੇ ਵੱਡੀ ਲਾਪਰਵਾਹੀ ਦਾ ਵਿਸ਼ਾ, ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਦਾਂ ਦੇ ਹਾਦਸਿਆਂ ਨੂੰ ਆਪਾਂ ਇਸ ਮੁਕਾਮ ਤੱਕ ਕਿਉਂ ਲੈ ਕੇ ਆਉਣਾ? ਜਦੋਂ ਬੱਸ 'ਚ ਕੋਈ ਤਕਨੀਕੀ ਖਰਾਬੀ ਹੈ ਤਾਂ ਉਹਨੂੰ ਫਿਰ ਭਜਾਉਣਾ ਜਾਂ ਤੇਜ਼ ਸਪੀਡ ਭਜਾਉਣਾ ਇੱਕ ਵੱਡੀ ਲਾਪਰਵਾਹੀ ਹੈ। ਜੀ ਗਗਨ। ਚਰਨਜੀਤ, ਜ਼ਖਮੀਆਂ ਦੀ ਹਾਲਤ ਕੀ ਹੈ? ਜ਼ਖਮੀ ਦੀ ਹਾਲਤ ਫਿਲਹਾਲ ਠੀਕ ਆ, ਹਸਪੀਟਲ ਦੇ ਵਿੱਚ ਜ਼ਖਮੀ ਲੈ ਕੇ ਗਏ ਨੇ। ਕੋਈ ਜ਼ਿਆਦਾ ਵੱਡੀ ਸੱਟਾਂ ਨਹੀਂ ਲੱਗੀਆਂ, ਪਰ ਫਿਰ ਵੀ ਡਾਕਟਰ ਨੇ ਕਿਹਾ ਕਿ ਇਹਨਾਂ ਦਾ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ। ਅਸੀਂ ਸੀਟੀ ਸਕੈਨ ਵਗੈਰਾ ਜਾਂ ਜਾਂਚ ਵਗੈਰਾ ਕਰਾਂਗੇ, ਬਾਅਦ 'ਚ ਪਤਾ ਲੱਗੂਗਾ। ਫਿਲਹਾਲ ਜਾਨੀ ਨੁਕਸਾਨ ਨਹੀਂ ਹੋਇਆ, ਵੱਡੀਆਂ ਸੱਟਾਂ ਵੀ ਬਚ ਗਈਆਂ। ਪਰ ਕਿਤੇ ਨਾ ਕਿਤੇ ਇਦਾਂ ਦੇ ਜਿਹੜੇ ਹਾਦਸੇ ਨੇ ਉਹ ਵੱਡੇ ਵੀ ਵਾਪਰ ਸਕਦੇ ਨੇ ਜਦੋਂ ਆਪਣੇ ਸਾਧਨ 'ਚ ਅਗਰ ਕੋਈ ਦਿੱਕਤ ਹੈ ਤਾਂ ਉਸ ਤੋਂ ਬਾਅਦ ਵੀ ਆਪਾਂ ਲਾਪਰਵਾਹੀ ਕਰੀਏ। ਵੱਡਾ ਹੋ ਸਕਦਾ ਸੀਗਾ, ਪਰ ਗਨੀਮਤ ਇਹ ਹੈ ਕਿ ਬਚਾਅ ਹੋ ਗਿਆ, ਜਾਨੀ ਨੁਕਸਾਨ ਨਹੀਂ ਹੋਇਆ। ਸੱਟਾਂ ਵੱਜੀਆਂ ਨੇ ਪਰ ਹਾਲਤ ਜਿਹੜੀ ਹੈ ਕਿ ਖਤਰੇ ਤੋਂ ਬਾਹਰ ਹੈ। ਜਾਂਚ ਦਾ ਵਿਸ਼ਾ ਜ਼ਰੂਰ ਹੈਗਾ ਕਿ ਹਾਦਸਾ ਵਾਪਰਿਆ ਕਿਉਂ, ਕਿਉਂਕਿ ਦੋ ਬਿਆਨ ਅਲੱਗ-ਅਲੱਗ ਨੇ। ਸਵਾਰੀਆਂ ਕਹਿ ਰਹੀਆਂ ਨੇ ਬ੍ਰੇਕ ਫੇਲ ਹੋਈਆਂ, ਉਸ ਦੇ ਬਾਵਜੂਦ ਤੇਜ਼ ਰਫ਼ਤਾਰ ਸੀ। ਡਰਾਈਵਰ ਦਾ ਕਹਿਣਾ ਹੈ ਕਮਾਣੀ ਦਾ ਪਟਾ ਟੁੱਟਿਆ ਸੀਗਾ, ਤਕਨੀਕੀ ਖਰਾਬੀ ਆਈ और ਉਸ ਕਰਕੇ ਹਾਦਸਾ ਵਾਪਰਿਆ। ਬਹੁਤ-ਬਹੁਤ ਸ਼ੁਕਰੀਆ ਚਰਨਜੀਤ ਇਸ तमाम ਜਾਣਕਾਰੀ ਦੇ ਲਈ। ਚਰਨਜੀਤ ਕੌਸ਼ਲ ਮੇਰੇ ਸਹਿਯੋਗੀ ਸੰਗਰੂਰ ਵਿੱਚ ਵਾਪਰੇ ਇਸ ਹਾਦਸੇ ਦੀ ਜਾਣਕਾਰੀ ਦੇ ਰਹੇ।